ਵਾਹਿਗੁਰੂ ਸਾਹਿਬ ਜੀਓ। ਗੁਰੂ ਨਾਨਕ ਪਦ ਪੰਕਜ ਬੰਦਨ ਪਦ ਪੰਕਜ ਬੰਦਨਾ। ਸਿਮਰੋ ਅੰਗਦ ਦੁਖ ਨਿਕੰਦਨਾ। ਗੁਰ ਅਮਰਦਾਸ ਹਿਰਦੈ ਨਿਤ ਧਿਆਵੋ, ਹਿਰਦੈ ਨਿਤ ਧਿਆਵੋ। ਸ੍ਰੀ ਗੁਰੂ ਰਾਮਦਾਸ ਗੁਣ ਗਾਵੋ। ਸ਼੍ਰੀ ਅਰਜਨ ਬੇਗਾਨਨ ਕੇ ਨਾਸਕ, ਕੇ ਨਾਸ਼ਕ। ਸ਼੍ਰੀ ਹਰਿ ਗੋਬਿੰਦ ਸੁਭ ਮਤ ਪ੍ਰਕਾਸ਼ਕ। ਸ਼੍ਰੀ ਹਰਿ ਰਾਏ ਨਮੋ ਕਰ ਜੋਰੀ, ਨਮੋ ਕਰ ਜੋਰੀ। ਸ਼੍ਰੀ ਹਰਿ ਕ੍ਰਿਸ਼ਨ ਮਨਾਏ ਬਹੋਰੀ। ਤੇਗ ਬਹਾਦਰ ਪਰਮ ਕਿਰਪਾਲਾ, ਪਰਮ ਕਿਰਪਾਲਾ। ਸ਼੍ਰੀ ਗੁਰੂ ਗੋਬਿੰਦ ਸਿੰਘ ਵਿਸ਼ਾਲਾ। ਤਰੋ ਤਰਾ ਪਰ ਪੁਨ ਪੁਨ ਸੀਸਾ, ਪੁਨ ਸੀਸਾ। ਬੰਦੋਂ ਵਾਰ ਵਾਰ ਜਗਦੀਸਾ। ਜਿਸਮੈ ਅੰਮ੍ਰਿਤ ਗਿਆਨ ਹੈ, ਮਾਣਕ ਭਗਤ ਰਾਗ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ। ਸ਼੍ਰੀ ਗੁਰੂ ਸ਼ਬਦ ਕਮਾਏ ਕੈ, ਜੀਤੈ ਪੰਚ ਕਾਰ। ਤਿਨ ਸੰਤਨ ਕਉ ਵੰਦਨਾ, ਸਿਰ ਚਰਨਨ ਪਰ ਤਾਰ। ਤਿਨ ਸੰਤਨ ਕਉ ਵੰਦਨਾ, ਸਿਰ ਚਰਨਨ ਪਰ ਤਾਰ। ਏਕ ਓੰਕਾਰ ਸਤਿਗੁਰੂ ਤੇ ਪ੍ਰਸਾਦ ਸਚ। ਵਾਹਿਗੁਰੂ ਜੀ ਕੀ ਫਤਿਹ ਹੈ। ਬਿਗਨ ਬਿਨਾਸਨ ਸੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਬਿਗਨ ਬਿਨਾਸਨ ਸੋਏ। ਦੋਹਰਾ। ਜਬ ਸਤਿਗੁਰ ਦਖਣ ਪੁਜੇ, ਜਹ ਥੋਂ ਦਾਦੂ ਦਵਾਰ। ਡੇਰਾ ਲਾਇਆ ਦੇਖ ਥਾਮ ਸੰਗ, ਪੰਜ ਸਤ ਸਿੰਘ ਹਜ਼ਾਰ। ਪਰਮ ਸਨਮਾਨਯੋਗ ਜੁਗੋ ਜੁਗ ਅਟਲ ਚਵਰ ਤਖਤ ਦੇ ਮਾਲਕ ਸਾਹਿਬ ਸਤਿਗੁਰੂ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਧੰਨ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ, ਤਿੰਨਾਂ ਦੇ ਪਾਵਨ ਪਵਿੱਤਰ ਦਰਬਾਰ ਅੰਦਰ ਸੰਧਿਆ ਦੇ ਦੀਵਾਨਾਂ ਵਿੱਚ ਸੱਜ ਬੈਠੇ ਗੁਰੂ ਪਿਆਰਿਓ ਸਤ ਸੰਗੀ ਜਨੋ, ਬਹੁਤ ਹੀ ਵੱਡਿਆਂ ਭਾਗਾਂ ਵਾਲੇ ਹਾਂ ਜੋ ਕਿ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਦੇ ਦਰਬਾਰ ਦੀਆਂ ਹਾਜ਼ਰੀਆਂ ਭਰਦੇ ਹਾਂ। ਸ਼ਾਮਾਂ ਦੇ ਦੀਵਾਨਾਂ ਵਿੱਚ ਲੜੀਵਾਰ ਚੱਲ ਰਹੀ ਕਥਾ ਵਿਚਾਰ ਸ਼੍ਰੀ ਪੰਥ ਪ੍ਰਕਾਸ਼ ਗ੍ਰੰਥ ਲਿਖਤ ਭਾਈ ਰਤਨ ਸਿੰਘ ਭੰਗੂ ਜੀ। ਆਓ ਗੁਰੂ ਪਿਆਰਿਓ, ਅੱਜ ਦਾ ਜੋ ਪ੍ਰਸੰਗ ਸ਼ੁਰੂ ਹੋਣਾ ਹੈ, ਅੱਜ ਦੇ ਪ੍ਰਸੰਗ ਦੀ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਜਿੰਨੀਆਂ ਵੀ ਸੰਗਤਾਂ ਗੁਰੂ ਚਰਨਾਂ ਵਿੱਚ ਸੱਜ ਕੇ ਬੈਠੀਆਂ ਹਨ, ਆਓ ਸਾਰੀਆਂ ਸੰਗਤਾਂ ਆਪੋ ਆਪਣੀ ਰਸਨਾ ਪਵਿੱਤਰ ਕਰੀਏ। ਦੋਵੇਂ ਹੱਥ ਜੋੜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ। ਜਬ ਸਤਿਗੁਰ ਦਖਣ ਪੁਜੇ, ਜਹ ਥੋ ਦਾਦੂ ਦਵਾਰ। ਡੇਰਾ ਲਾਇਆ ਦੇਖ ਥਾਮ ਸੰਗ, ਪੰਜ ਸਤ ਸਿੰਘ ਹਜ਼ਾਰ। ਪਿਛਲੇ ਦੀਵਾਨਾਂ ਵਿੱਚ ਆਪਾਂ ਇੱਕ ਲੜੀ ਦੇ ਵਿੱਚ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਜੀਵਨ ਨੂੰ ਵਿਚਾਰਦੇ ਆ ਰਹੇ ਹਾਂ ਜੀ। ਸਤਿਗੁਰ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਦਮਦਮੇ ਤੋਂ ਤੁਰੇ ਨੇ। ਦਮਦਮਾ ਸਾਹਿਬ ਦੀ ਧਰਤੀ ਤੋਂ ਤੁਰੇ, ਨਾਲ ਡੱਲਾ ਵੀ ਚੱਲ ਕੇ ਆਇਆ ਸੀ, ਹੋਰ ਸਿੰਘ ਚੱਲ ਕੇ ਆਏ, ਸੋਢੀ ਕੌਲ ਵਰਗੇ ਸੋਢੀ ਕੌਲ ਦਾ ਪੁੱਤਰ ਜੋ ਕਿ ਅੱਧ ਵਿਚਕਾਰ ਛੱਡ ਕੇ ਚਲੇ ਗਏ ਸੀ। ਮਹਾਰਾਜ ਨੇ ਫਿਰ ਵੀ ਕਿਹਾ, ਭਾਈ ਚਲੋ ਜਿੰਨੀ ਕੁ ਸੇਵਾ ਕੀਤੀ ਤੁਹਾਡੀ ਪ੍ਰਵਾਨ,
ਉਸ ਤੋਂ ਬਾਅਦ ਭਾਈ ਰਤਨ ਸਿੰਘ ਜੀ ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਪ੍ਰਥਮ ਬੰਦੇ ਕੀ ਸਾਖੀ ਲਿਖਿਅਤ ਦਾਦੂ ਦਵਾਰ ਮਹੰਤ ਜੈਤ ਰਾਮ ਨਾਲ ਮਿਲਾਪ ਹੁੰਦਾ ਹੈ। ਦਾਦੂ ਦਵਾਰ ਜਿਹੜਾ ਮਹਾਰਾਜ ਸੱਚੇ ਪਾਤਸ਼ਾਹ ਦੱਖਣ ਵੱਲ ਜਾਂਦੇ ਆ ਜੀ। ਇੱਥੇ ਰਤਨ ਸਿੰਘ ਜੀ ਲਿਖਦੇ ਨੇ, ਜਬ ਸਤਿਗੁਰ ਦੱਖਣ ਪੁੱਜੇ, ਜਦੋਂ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੱਖਣ ਵੱਲ ਜਾਂਦੇ, ਜਿਹਨੂੰ ਆਪਾਂ ਹਜ਼ੂਰ ਸਾਹਿਬ ਕਹਿੰਦੇ ਹਾਂ, ਨੰਦੇੜ ਸਾਹਿਬ ਜੀ, ਆਬਚਲ ਨਗਰ ਨੰਦੇੜ ਸਾਹਿਬ। ਜਦੋਂ ਮਹਾਰਾਜ ਸੱਚੇ ਪਾਤਸ਼ਾਹ ਦੱਖਣ ਦਿਸ਼ਾ ਵੱਲ ਜੈਤਪੁਰ ਦੇ ਨੇੜੇ ਜਾ ਕੇ, ਉੱਥੇ ਦਾਦੂ ਦਾ ਦੁਆਰਾ ਬਣਿਆ ਹੋਇਆ ਸੀ। ਦਾਦੂ ਦੁਆਰਾ ਸੰਤ ਦਾਦੂ ਜੀ ਹੋਏ ਹਨ, ਉਹ ਮਹਾਂਪੁਰਖ, ਉਹਨਾਂ ਦਾ ਡੇਰਾ ਬਣਿਆ ਹੋਇਆ ਸੀ। ਦਾਦੂ ਪੰਥੀਆਂ ਦੀ ਸੰਪਰਦਾਇ ਉੱਥੋਂ ਚੱਲਦੀ ਹੈ। ਜਿਹੜੀ ਦਾਦੂ ਪੰਥੀਆਂ ਦੀ ਸੰਪਰਦਾਇ ਆ ਨਾ, ਇਹ ਦਾਦੂ ਦੁਆਰੇ ਤੋਂ ਚੱਲਦੀ ਹੈ। ਮਹੰਤ ਜੈਤ ਰਾਮ ਇੱਥੋਂ ਦਾ ਮੁੱਖ ਪ੍ਰਬੰਧਕ ਕਹਿ ਲਓ। ਮਹਾਰਾਜ ਜਦੋਂ ਇੱਥੇ ਪਹੁੰਚਦੇ ਹੈ, ਡੇਰਾ ਲਾਇਆ ਦੇਖ ਥਾਮ, ਸੰਗ 5-7 ਹਜ਼ਾਰ। ਰਤਨ ਸਿੰਘ ਜੀ ਕਹਿੰਦੇ ਸਤਿਗੁਰੂ ਜੀ ਦੇ ਨਾਲ ਲਗਭਗ 5-7 ਹਜ਼ਾਰ ਸਿੰਘਾਂ ਦਾ ਕਾਫਲਾ ਜੁੜ ਗਿਆ ਸੀ। ਜਦੋਂ ਮਹਾਰਾਜ ਸੱਚੇ ਪਾਤਸ਼ਾਹ ਦਮਦਮੇ ਤੋਂ ਤੁਰੇ ਆ ਨਾ, ਰਸਤੇ ਵਿੱਚ ਪਤਾ ਨਹੀਂ ਕਿੰਨੇ ਕੁ ਸਿੰਘ ਸੰਗਤਾਂ ਮਾਈ ਭਾਈ ਸਤਿਗੁਰੂ ਸੱਚੇ ਪਾਤਸ਼ਾਹ ਦੇ ਉਸ ਯਾਤਰਾ ਦੇ ਵਿੱਚ ਜੁੜਦੀਆਂ ਨੇ। ਸੰਗਤਾਂ ਮਹਾਰਾਜ ਦੇ ਨਾਲ ਨਾਲ ਚੱਲ ਰਹੀਆਂ ਨੇ। ਸੰਗਤਾਂ ਦੇ ਵਿੱਚ ਬੜਾ ਉਤਸ਼ਾਹ ਹੈ, ਸੰਗਤਾਂ ਦੇ ਵਿੱਚ ਬੜਾ ਪਿਆਰ ਹੈ। ਗੁਰੂ ਸਾਹਿਬ ਦੀਆਂ ਵਿਚਾਰਾਂ ਨੂੰ ਸੁਣਦੇ ਨੇ, ਕਥਾ ਵਿਚਾਰਾਂ ਨੂੰ ਸੁਣਦੇ ਆ। ਕਹਿੰਦੇ 5-7 ਹਜ਼ਾਰ ਸਿੰਘਾਂ ਦਾ ਕਾਫਲਾ ਇਕੱਤਰ ਹੋਇਆ ਸ਼੍ਰੀ ਅਨੰਦਪੁਰ ਸਾਹਿਬ ਵਿੱਚ। ਤੁਸੀਂ ਵੇਖੋਗੇ ਜੀ, ਇੱਕ ਸਮਾਂ ਉਹ ਆਇਆ ਜਦੋਂ ਮਹਾਰਾਜ ਕੋਲ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਸਿਰਫ 4-5 ਹਜ਼ਾਰ ਸਿੱਖ ਰਹਿ ਗਿਆ ਸੀ। ਅਨੰਦਪੁਰ ਨੂੰ ਘੇਰਾ ਪੈਂਦਾ। ਕਹਿੰਦੇ ਇੱਕ ਸਮਾਂ ਉਹ ਆਇਆ ਜਦੋਂ ਮਹਾਰਾਜ ਸਭ ਕੁਝ ਜੰਗਾਂ ਯੁੱਧਾਂ ਕਰਨ ਤੋਂ ਬਾਅਦ ਜਦੋਂ ਮਹਾਰਾਜ ਦਾਦੂ ਦੇ ਦੁਆਰੇ ਤੱਕ ਪਹੁੰਚਦੇ ਆ, ਕਹਿੰਦੇ 5-7 ਹਜ਼ਾਰ ਦੇ ਕਰੀਬ ਕਾਫਲਾ ਬਣ ਗਿਆ ਸਿੱਖਾਂ ਦਾ, ਗੁਰੂ ਨੂੰ ਸੁਣਨ ਵਾਲਿਆਂ ਦਾ, ਗੁਰੂ ਦੀ ਮੰਨਣ ਵਾਲਿਆਂ ਦਾ। ਇਹ ਕਾਫਲਾ ਵੱਧਦਾ ਗਿਆ, 7,000 ਹੋ ਗਿਆ, 8,000 ਹੋ ਗਿਆ। ਕਹਿੰਦੇ ਸਤਿਗੁਰਾਂ ਦੇ ਨਾਲ ਤਿੱਗਣਾ ਚੌਗਣਾ ਇਹ ਕਾਫਲਾ ਜਦੋਂ ਹੁੰਦਾ ਹੈ, ਮਹਾਰਾਜ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਉਹਨਾਂ ਨੇ ਡੇਰਾ ਲਾਇਆ ਕਿੱਥੇ? ਦਾਦੂ ਦੁਆਰ। ਉੱਥੇ 4 ਚੁਫੇਰੇ ਜਿਹੜੀ ਖੁੱਲ੍ਹੀ ਥਾਂ ਬਣੀ ਹੋਈ ਸੀ, ਵਾਤਾਵਰਨ ਵਧੀਆ ਸੀ, ਦਰਖਤਾਂ ਦੀ ਛਾਂ ਬੜੀ ਚੰਗੀ ਸੀ। ਉੱਥੇ ਸਤਿਗੁਰੂ ਜੀ ਡੇਰਾ ਲਾਉਂਦੇ ਹਨ। ਚੌਪਈ ਬਜੈ ਨਗਾਰੇ ਚੁਲੇ ਨਿਸ਼ਾਨ, ਪੜ੍ਹੈ ਬਾਣੀਆਂ ਕਿਸ ਕਰੈ ਨਾ ਕਾਨ। ਕਹਿੰਦੇ ਵੇਖੋ, ਜਦੋਂ ਮਹਾਰਾਜ ਨੇ ਦਾਦੂ ਦੇ ਦੁਆਰੇ 'ਤੇ ਆਪਣਾ ਡੇਰਾ ਲਾਇਆ ਨਾ, ਕਹਿੰਦੇ ਉੱਥੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਜਦੋਂ ਆ ਕੇ ਉਤਰੇ, ਪਹਿਲਾਂ ਉੱਥੇ ਨਗਾਰੇ ਗਜਾਏ ਜਾਂਦੇ ਸੀ। ਮਹਾਰਾਜ ਦੀ ਆਮਦ ਵਿੱਚ ਨਗਾਰੇ ਵਜਾਏ ਗਏ। ਸਿੰਘ ਸੰਗਤਾਂ ਨਾਲ ਹੁੰਦੀਆਂ ਸੀ ਜੀ। ਗੁਰੂ ਸਾਹਿਬ ਜੀ ਦੇ ਨਾਲ ਤਿਆਰ ਸਿੰਘਾਂ ਦਾ ਕਾਫਲਾ, ਸ਼ਾਸਤਰ, ਘੋੜਸਵਾਰ ਸੰਗਤਾਂ ਅਤੇ ਸਤਿਗੁਰੂ ਸੱਚੇ ਪਾਤਸ਼ਾਹ ਦੀ ਹਜ਼ੂਰੀ ਵਿੱਚ ਨਗਾਰਾ ਗੱਜਦਾ ਸੀ। ਬੜੀ ਤੇਜ਼ ਨਗਾਰੇ ਗਜਾਏ ਜਾ ਰਹੇ ਨੇ ਸਤਿਗੁਰਾਂ ਦੀ ਆਮਦ ਵਿੱਚ, ਸਤਿਗੁਰਾਂ ਦੇ ਪਿਆਰ ਵਿੱਚ। ਕਹਿੰਦੇ ਸਾਰੇ ਹੀ ਸਿੰਘ ਨਿਸ਼ਾਨ ਸਭ ਚੱਕੇ ਹੋਏ ਆ, ਝੂਲ ਰਹੇ ਆ ਨਿਸ਼ਾਨ। ਕਹਿੰਦੇ ਪਰੰਪਰਾ ਸਤਿਗੁਰੂ ਜੀ ਤੋਂ ਲੈ ਕੇ ਅੱਜ ਤੱਕ ਚੱਲੀ ਆਉਂਦੀ ਹੈ। ਗੁਰੂ ਸਾਹਿਬ ਦੀ ਆਮਦ ਵਿੱਚ ਨਾ ਸੰਗਤਾਂ ਜੁੜ ਜਾਂਦੀਆਂ ਸੀ। ਜਦੋਂ ਅੱਜ ਵੀ ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਇੱਕ ਥਾਂ ਤੋਂ ਦੂਜੀ ਥਾਂ 'ਤੇ ਆਪਾਂ ਲੈ ਕੇ ਜਾਂਦੇ ਹਾਂ, ਮਹਾਰਾਜ ਨੂੰ ਲੈ ਕੇ ਜਾਂਦੇ ਹਾਂ, ਸਿੰਘਾਂ ਦਾ ਕਾਫਲਾ 5 ਸਿੰਘ ਹੁੰਦੇ ਆ, ਅਤੇ ਉਦੋਂ ਵੀ ਆਪਾਂ ਅਦਬ ਸਤਿਕਾਰ ਨਾਲ ਖੜ੍ਹ ਜਾਂਦੇ ਹਾਂ, ਖਲੋ ਜਾਂਦੇ ਹਾਂ, ਕੰਮ ਕਾਰ ਛੱਡ ਦਿੰਦੇ ਹਾਂ। ਇਸੇ ਤਰ੍ਹਾਂ ਜਦੋਂ ਮਹਾਰਾਜ ਸਰੀਰਕ ਜਾਮੇ ਵਿੱਚ ਸੀ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜਦੋਂ ਮਹਾਰਾਜ ਦਾਦੂ ਦੇ ਦੁਆਰੇ ਆ ਕੇ ਉਤਰੇ ਨਾ, ਪਹਿਲਾਂ ਤਾਂ ਇੱਥੇ ਨਗਾਰੇ ਵਜਾਏ ਗਏ। ਸੰਗਤਾਂ ਮਹਾਰਾਜ ਦੀ ਆਮਦ ਵਿੱਚ ਖਲੋ ਗਈਆਂ, ਖੜ੍ਹ ਗਈਆਂ। ਸਤਿਗੁਰੂ ਮਹਾਰਾਜ ਕਹਿੰਦੇ ਬੱਜੈ ਨਗਾਰੇ ਝੂਲਤੇ ਨਿਸ਼ਾਨ ਝੁਲਾਏ ਜਾ ਰਹੇ ਹਨ, ਦੇਗਾਂ ਵਰਤਾਈਆਂ ਜਾ ਰਹੀਆਂ ਹਨ, ਲੰਗਰ ਵਰਤ ਰਹੇ ਹਨ। ਕਹਿੰਦੇ ਉਦੋਂ ਨਗਾਰੇ 'ਤੇ ਚੁੱਭਾਂ ਲਾਈਆਂ ਜਾਂਦੀਆਂ ਸੀ। ਜਦੋਂ ਦੇਗਾਂ ਤਿਆਰ ਹੋ ਜਾਂਦੀਆਂ, ਲੰਗਰ ਤਿਆਰ ਹੋ ਜਾਂਦਾ। ਇਹ ਸ਼ੁਰੂ ਤੋਂ ਚੱਲਿਆ ਆਉਂਦਾ ਹੈ। ਜਦੋਂ ਗੁਰੂ ਦੀ ਹਜ਼ੂਰੀ ਵਿੱਚ ਲੰਗਰ ਤਿਆਰ ਹੋ ਗਿਆ, ਦੇਗਾਂ ਤਿਆਰ ਹੋ ਗਈਆਂ,
ਉਦੋਂ ਗੁਰੂ ਕੇ ਖਾਲਸੇ ਸਿੱਖ ਸੀ ਨਾ ਜਿਹੜੇ, ਉਹ ਨਗਾਰੇ 'ਤੇ ਚੋਭ ਲਾਉਂਦੇ ਸੀ, ਨਗਾਰਾ ਵਜਾਉਂਦੇ ਸੀ। ਪੁਰਾਣੇ ਸਮੇਂ ਵਿੱਚ ਨਗਾਰੇ ਤੋਂ ਇਹਨਾਂ ਜੰਗਾਂ ਯੁੱਧਾਂ ਵਿੱਚ ਜਾਂ ਹੋਰ ਥਾਵਾਂ 'ਤੇ ਕੰਮ ਲਿਆ ਜਾਂਦਾ ਸੀ ਜੀ। ਨਗਾਰੇ ਦੀ ਚੋਭ ਦੁਸ਼ਮਣ ਨੂੰ ਹਿਲਾ ਕੇ ਰੱਖ ਦਿੰਦੀ ਸੀ। ਕਹਿ ਰਹੇ ਹਨ, ਪੜ੍ਹੈ ਬਾਣੀਆਂ ਕਿਸ ਕਰੈ ਨ ਕਾਨ, ਸਭ ਗੁਰਸਿੱਖ ਦੀ ਬਾਣੀ ਮੂੰਹ ਜ਼ਬਾਨੀ ਕੰਠ ਹੈ। ਗੁਰਸਿੱਖ ਬਾਣੀ ਦੇ ਰਸੀਏ ਹਨ, ਗੁਰਬਾਣੀ ਪੜ੍ਹਦੇ ਹਨ। ਕਿਸੇ ਦੀ ਕੋਈ ਵੀ ਕਾਣ ਨਹੀਂ ਕਰਦਾ। ਕਾਣ ਦਾ ਅਰਥ ਪਤਾ ਕੀ ਹੁੰਦਾ ਹੈ? ਆਨਾਕਾਨੀ ਕਰਨੀ। ਤੁਸੀਂ ਆਖੋ ਜੀ ਕਿ ਭਾਈ ਬਾਣੀ ਪੜ੍ਹਿਆ ਕਰੋ, ਗੁਰੂ ਘਰ ਪਹੁੰਚਿਆ ਕਰੋ, ਗੁਰੂਦੁਆਰੇ ਆਇਆ ਕਰੋ। ਤੁਸੀਂ ਵੇਖੋ ਜੀ, ਸਾਡੇ ਕੋਲ ਹਜ਼ਾਰਾਂ ਬਹਾਨੇ ਨੇ। ਕਹਿੰਦੇ ਜਦੋਂ ਮਹਾਰਾਜ ਦਾਦੂ ਦੇ ਦੁਆਰੇ ਪਹੁੰਚੇ ਨਾ, ਜਿੰਨੀਆਂ ਵੀ ਸੰਗਤਾਂ ਸਤਿਗੁਰੂ ਜੀ ਨਾਲ ਨੇ, ਸਾਰਾ ਦਿਨ ਬਾਣੀ ਪੜ੍ਹੀ ਜਾਂਦੀ ਹੈ। ਕੋਈ ਕਾਣ ਨਹੀਂ ਕਰਦਾ, ਕੋਈ ਆਵਾਕਾਵੀ ਨਹੀਂ ਕਰਦਾ, ਕੋਈ ਇਹ ਨਹੀਂ ਕਹਿੰਦਾ ਮੈਂ ਬਾਣੀ ਨਹੀਂ ਪੜ੍ਹਨੀ ਜੀ, ਮੈਂ ਥੱਕਿਆ ਹੋਇਆ। ਸਾਡੇ ਕੋਲ ਹਜ਼ਾਰਾਂ ਬਹਾਨੇ ਨੇ ਜੀ, ਇੱਕ ਨਹੀਂ ਹਜ਼ਾਰਾਂ ਬਹਾਨੇ ਲਾਉਂਦੇ ਆ। ਵੇਖੋ ਮਹਾਰਾਜ ਦੀ ਆਮਦ ਵਿੱਚ, ਸਤਿਗੁਰੂ ਦੀ ਹਜ਼ੂਰੀ ਵਿੱਚ ਬਹਿ ਕੇ ਸਤਿਗੁਰਾਂ ਦੇ ਆਉਣ ਦਾ ਉਤਸ਼ਾਹ ਕਿੰਨਾ। ਅਤੇ ਜਿਹੜੀਆਂ ਸੰਗਤਾਂ ਮਹਾਰਾਜ ਦੇ ਹਜ਼ੂਰ ਬਹਿੰਦੀਆਂ ਸੀ, ਮਹਾਰਾਜ ਦੇ ਕੋਲ ਬਹਿੰਦੀਆਂ ਸੀ, ਉਹ ਕਹਿੰਦੇ ਪੜ੍ਹੈ ਬਾਣੀਆਂ ਕਿਸ ਕਰੈ ਨਾ ਕਾਣ। ਕਹਿੰਦੇ ਕੋਈ ਵੀ ਆਨਾਕਾਨੀ ਨਹੀਂ ਕਰਦਾ, ਕੋਈ ਬਹਾਨੇ ਨਹੀਂ ਮਾਰਦਾ। ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਨਾਲ ਜਿੰਨੀਆਂ ਵੀ ਸੰਗਤਾਂ ਬਾਣੀਆਂ ਵੀ ਪੜ੍ਹਦੀਆਂ ਨੇ, ਬਾਣੀ ਨੂੰ ਕੰਠ ਵੀ ਕਰਦੀਆਂ ਨੇ, ਸਤਿਨਾਮ ਵਾਹਿਗੁਰੂ ਦਾ ਜਾਪ ਹੁੰਦਾ, ਬਾਣੀਆਂ ਪੜ੍ਹੀਆਂ ਜਾਂਦੀਆਂ ਹਨ। ਚੰਡੀ ਚਰਿਤਰ ਓ ਚੰਡੀ ਕੀ ਵਾਰ, ਅਕਾਲ ਉਸਤਤ ਕੋ ਕਰੈ ਉਚਾਰ। ਕਹਿੰਦੇ ਕੋਈ ਚੰਡੀ ਚਰਿੱਤਰ ਕਵਿਤ ਸੋਈਏ ਪੜ੍ਹ ਰਿਹਾ ਹੈ, ਕੋਈ ਚੰਡੀ ਦੀ ਵਾਰ ਪੜ੍ਹੀ ਜਾਂਦਾ ਹੈ। ਕਹਿੰਦੇ ਕੋਈ ਅਕਾਲ ਉਸਤਤ ਕੋ ਕਰੈ ਉਚਾਰ। ਕਹਿੰਦੇ ਕੋਈ ਗੁਰੂ ਕਾ ਲਾਲ ਅਕਾਲ ਉਸਤਤ ਦੀ ਬਾਣੀ ਆ ਨਾ, ਜਿਹੜੀ 10ਵੇਂ ਪਾਤਸ਼ਾਹ ਦੀ ਅਕਾਲ ਉਸਤਤ, ਰੱਬ ਦੀ ਉਸਤਤ, ਪਰਮਾਤਮਾ ਦੀ ਉਸਤਤ ਵਿੱਚ ਕੀਤੀ ਹੋਈ ਬਾਣੀ ਆ ਜਿਹੜੀ ਉਚਾਰਨ। ਕਹਿੰਦੇ ਉਸ ਬਾਣੀ ਦਾ ਜਾਪ ਚੱਲ ਰਿਹਾ, ਉੱਚੀ ਆਵਾਜ਼ ਵਿੱਚ ਅਕਾਲ ਉਸਤਤ ਬਾਣੀ ਹੈ ਜਿਹੜੀ ਪੜ੍ਹੀ ਜਾ ਰਹੀ ਹੈ। ਜਿਮਾ ਜੇਠ ਤਪਤ ਮਦ ਵਰਖਾ ਹੋਏ, ਬੋਲੇ ਦਾਦਰ ਸੁਖ ਪਾਵੇ ਸੋਏ। ਕਵੀ ਰਤਨ ਸਿੰਘ ਜੀ ਪ੍ਰਮਾਣ ਦੇ ਕੇ ਕਹਿੰਦੇ ਆ, ਕਹਿੰਦੇ ਇਸ ਤਰ੍ਹਾਂ ਦਾ ਮਾਹੌਲ ਬਣ ਗਿਆ ਜਦੋਂ ਮਹਾਰਾਜ ਦਾਦੂ ਦੇ ਦੁਆਰੇ 'ਤੇ ਪਹੁੰਚੇ। ਕਹਿੰਦੇ ਇਸ ਤਰ੍ਹਾਂ ਦਾ ਮਾਹੌਲ ਬਣ ਗਿਆ, ਪ੍ਰਮਾਣ ਦੇ ਕੇ ਕਹਿੰਦੇ ਆ, ਕਹਿੰਦੇ ਜਿਵੇਂ ਜੇਠ ਦੇ ਤਪੇ ਹੋਏ ਮਹੀਨੇ ਵਿੱਚ ਵਰਖਾ ਹੋ ਜਾਂਦੀ ਆ ਨਾ, ਫਿਰ ਕਿੰਨਾ ਆਨੰਦ ਆ ਜਾਂਦਾ ਹੈ, ਕਿੰਨਾ ਟਿਕਾਅ ਬਣ ਜਾਂਦਾ ਹੈ, ਤਪਸ਼ ਖਤਮ ਹੋ ਜਾਂਦੀ ਹੈ, ਠੰਡ ਵਰਤਣ ਲੱਗ ਜਾਂਦੀ ਹੈ, ਧਰਤੀ ਵੀ ਠੰਡੀ ਹੋ ਜਾਂਦੀ ਹੈ, ਜੀਵ ਜੰਤੂ ਪਸ਼ੂ ਪੰਛੀ ਵੀ ਕਿੰਨਾ ਆਨੰਦ ਵਿੱਚ ਆ ਜਾਂਦੇ ਆ। ਕਹਿੰਦੇ ਇਸ ਤਰ੍ਹਾਂ ਦਾ ਮਾਹੌਲ ਬਣ ਗਿਆ। ਕਹਿੰਦੇ ਬੋਲੇ ਦਾਦਰ ਸੁਖ ਪਾਵੈ ਸੋਏ, ਡੱਡੂ ਬੋਲਦੇ ਹਨ, ਸੁੱਖਾਂ ਦੀ ਪ੍ਰਾਪਤੀ ਹੁੰਦੀ ਹੈ। ਜੇਠ ਦੇ ਮਹੀਨੇ ਵਿੱਚ ਜਦੋਂ ਵਰਖਾ ਪੈਂਦੀ ਹੈ ਕਿੰਨਾ ਆਨੰਦ ਬਣਦਾ ਹੈ। ਕਹਿੰਦੇ ਇਹੋ ਜਿਹਾ ਆਨੰਦ, ਇਹੋ ਜਿਹਾ ਮਾਹੌਲ ਮਹੰਤ ਦਾਦੂ ਦੇ ਦੁਆਰੇ 'ਤੇ ਬਣਿਆ ਹੋਇਆ ਹੈ। ਮਹਾਰਾਜ ਨਾਲ ਜਿੰਨੀਆਂ ਵੀ ਸੰਗਤਾਂ ਹਨ ਉਹ ਬਾਣੀ ਵਿੱਚ ਲੱਗੀਆਂ ਹੋਈਆਂ ਹਨ, ਬਾਣੀ ਪੜ੍ਹ ਰਹੀਆਂ ਹਨ। ਕੋਰ ਕਟਾ ਸੁਨ ਮੋਰ ਪੁਕਾਰੈ, ਇਸ ਸ਼ਬਦ ਸੋ ਸਿਖ ਬਾਣੀ ਉਚਾਰੈ। ਕਹਿੰਦੇ ਕਾਲੀਆਂ ਘਟਾਵਾਂ ਗਰਜ ਰਹੀਆਂ ਹਨ, ਸੁਣ ਕੇ ਉੱਚੀ ਆਵਾਜ਼ ਵਿੱਚ ਮੋਰ ਪੁਕਾਰ ਰਹੇ ਨੇ, ਬੋਲ ਰਹੇ ਹਨ। ਇਸ ਸ਼ਬਦ ਸੋ ਸਿਖ ਬਾਣੀ ਉਚਾਰੈ। ਕਹਿੰਦੇ ਐਸੀ ਸ਼ਬਦ ਸੋਭਾ ਨਾਲ, ਜਿਵੇਂ ਆਨੰਦ ਵਿੱਚ ਮੋਰ ਆ ਜਾਂਦਾ ਹੈ, ਜਿਵੇਂ ਆਨੰਦ ਵਿੱਚ ਡੱਡੂ ਆ ਜਾਂਦੇ ਹੈ, ਜਿਵੇਂ ਧਰਤੀ ਦੇ ਜੀਵ ਜੰਤੂ ਵਰਖਾ ਪੈਣ ਨਾਲ ਆਨੰਦ ਵਿੱਚ ਆ ਜਾਂਦੇ ਹੈ। ਕਹਿੰਦੇ ਸਿੱਖ ਨੇ ਨਾ ਜਿਹੜੇ ਬਾਣੀ ਪੜ੍ਹ ਕੇ ਆਨੰਦ ਵਿੱਚ ਆ ਗਏ ਨੇ। ਕਿਸੇ ਕੋਈ ਆਨਾਕਾਨੀ ਨਹੀਂ ਕਰਦਾ, ਕੋਈ ਨਾ ਨੁੱਕਰ ਨਹੀਂ ਕਰਦਾ। ਬਾਣੀ ਵਿੱਚੋਂ ਇੰਨਾ ਆਨੰਦ ਆ ਰਿਹਾ ਹੈ, ਇੰਨੀ ਅੰਦਰੋਂ ਰਸ ਮਿਲਦਾ ਹੈ। ਕਹਿੰਦੇ ਉਹ ਵੀ ਮਨ ਇੰਨਾ ਉਛਲ ਜਾਂਦਾ ਹੈ, ਉਛਾਲੇ ਮਾਰਦਾ ਵੀ ਬਾਣੀ ਪੜ੍ਹੀ ਜਾਈਏ। ਇਸ ਤਰ੍ਹਾਂ ਦਾ ਮਾਹੌਲ ਦਾਦੂ ਦੇ ਦੁਆਰੇ ਬਣ ਜਾਂਦਾ ਹੈ। ਦੋਹਰਾ ਕਿਤੇ ਗ੍ਰੰਥ ਕਿਤ ਪੁਸਤਕ ਹੈ, ਕਿਤੇ ਪੜ੍ਹੈ ਮੁਖ ਵਾਕ, ਕਈ ਪੜ੍ਹੈ ਰਵਾਬੀ ਰਵਾਵਲੇ, ਲੱਗ ਰਹਿਓ ਇੰਦਰਾਸਨ ਠਾਠ। ਕਹਿੰਦੇ ਕਿਤੇ ਗ੍ਰੰਥ ਪੜ੍ਹ ਰਹੇ ਹਨ। ਮਹਾਰਾਜ ਨਾਲ ਜਿਹੜੇ ਸਿੰਘ ਸੀ ਜੀ, ਪੋਥੀਆਂ ਰੱਖਦੇ ਸੀ। ਉਸ ਵਕਤ ਛੋਟੀਆਂ ਪੋਥੀਆਂ, ਛੋਟੇ ਗ੍ਰੰਥ, ਉਹਨਾਂ 'ਤੇ ਬਾਣੀ ਲਿਖੀ ਹੋਈ ਸੀ ਨਾ। 10ਵੇਂ ਪਾਤਸ਼ਾਹ ਦੀ ਬਾਣੀ, ਕਲਗੀਧਰ ਪਾਤਸ਼ਾਹ ਨੇ ਜੋ ਬਾਣੀ ਉਚਾਰਨ ਕੀਤੀ, ਅਕਾਲ ਉਸਤਤ, ਹੋਰ ਬਾਣੀਆਂ, ਉਹ ਗ੍ਰੰਥ ਵਿੱਚ ਜਿੰਨੀਆਂ ਵੀ ਬਾਣੀਆਂ, ਛੋਟੇ ਗ੍ਰੰਥ ਬਣਾਏ ਹੋਏ ਹੈ। ਕਹਿੰਦੇ ਕਿਤੇ ਗ੍ਰੰਥ ਕਿਤ ਪੁਸਤਕ ਹੈ, ਕਿਸੇ ਕੋਲ ਧਾਰਮਿਕ ਪੁਸਤਕ ਲਈ ਹੋਈ ਹੈ,
ਕਿਤੇ ਪੜ੍ਹੇ ਮੁਖ ਵਾਕ, ਕੋਈ ਗੁਰੂ ਸਾਹਿਬ ਦੇ ਹੁਕਮਨਾਮੇ ਪੜ੍ਹੀ ਜਾਂਦਾ, ਮੁਖ ਵਾਕ ਪੜ੍ਹ ਰਿਹਾ, ਕੋਈ ਸਿੰਘ ਬਾਣੀ ਕੰਠ ਕਰੀ ਜਾਂਦਾ। ਦੇਖੋ ਇਹ ਜਿਹੜੇ ਸਿੰਘ ਨਾ ਗੁਰੂ ਦੀ ਹਜ਼ੂਰੀ ਵਿੱਚ ਰਹਿੰਦੇ ਸੀ ਉਹਨਾਂ ਦੀ ਗੱਲ ਕਰ ਰਹੇ ਆ ਕਵੀ ਰਾਜ ਰਤਨ ਸਿੰਘ ਜੀ, ਉਹਨਾਂ ਦੀ ਗੱਲ ਕਰਦੇ ਆ। ਕਹਿੰਦੇ ਉਹ ਸਿੰਘਾਂ ਦਾ ਜੀਵਨ ਇਹੋ ਜਿਹਾ ਸੀ, ਉਹ ਹਰ ਵੇਲੇ ਬਾਣੀ ਪੜ੍ਹਦੇ ਰਹਿੰਦੇ ਸੀ, ਬਾਣੀ ਕੰਠ ਕਰਦੇ ਰਹਿੰਦੇ ਸੀ, ਪੱਕੇ ਨਿਤਨੇਮੀ, ਪੱਕੇ ਅਭਿਆਸੀ, ਸਿਮਰਨ ਕਰਨ ਵਾਲੇ, ਬੰਦਗੀ ਕਰਨ ਵਾਲੇ ਮਹਾਂਪੁਰਖ। ਉਹਨਾਂ ਬਾਰੇ ਰਤਨ ਸਿੰਘ ਜੀ ਕਹਿ ਰਹੇ ਨੇ, ਕਈ ਪੜ੍ਹੈ ਰਬਾਬੀ ਰਬਾਬ ਲੈ ਲੱਗ ਗਇਓ ਇੰਦਰਾਸਨ ਠਾਟ। ਕਹਿੰਦੇ ਕਈ ਨਾ ਗੁਰੂ ਸਾਹਿਬ ਨਾਲ ਜਿੰਨੀਆਂ ਸੰਗਤਾਂ ਨੇ, ਕੋਈ ਰਬਾਬ ਤੇ ਬਾਣੀ ਗਾ ਰਿਹਾ, ਕੋਈ ਕੀਰਤਨ ਕਰ ਰਿਹਾ ਬਾਣੀ ਦਾ। ਸੰਗਤ 7-8 ਹਜ਼ਾਰ ਦਾ ਇਕੱਠ, ਕਿੱਡਾ ਵੱਡਾ ਕਾਫਲਾ ਬਣਿਆ ਹੋਇਆ ਜੀ। ਕੋਈ ਵੀ ਐਡੇ ਇਕੱਠ ਵਿੱਚੋਂ ਆਨਾਕਾਨੀ ਨਹੀਂ ਕਰਦਾ। ਮਹਾਰਾਜ ਦੀ ਆਮਦ ਵਿੱਚ ਕਿੰਨੇ ਖੁਸ਼ ਆ ਲੋਕ ਜੀ। ਦਾਦੂ ਦੇ ਦੁਆਰੇ ਤੇ ਬੜੇ ਆਨੰਦ ਵਿੱਚ, ਬੜੇ ਟਿਕਾ ਵਿੱਚ ਰਹਿ ਕੇ ਬਾਣੀ ਨੂੰ ਪੜ੍ਹਿਆ ਜਾ ਰਿਹਾ ਹੈ। ਕਹਿੰਦੇ ਕਈ ਪੜ੍ਹੈ ਰਬਾਬੀ ਰਬਾਬ ਲੈ ਲੱਗ ਰਹਿਓ ਇੰਦਰਾਸਨ ਠਾਟ। ਕਹਿੰਦੇ ਜਿਵੇਂ ਇੰਦਰ ਦੇ ਆਸਣ, ਇੰਦਰਾਸਣ ਲੱਗਿਆ ਹੁੰਦਾ ਨਾ ਇੰਦਰ ਦਾ, ਜਿਵੇਂ ਇੰਦਰ ਦੇਵਤੇ ਦੀ ਸਭਾ ਵਿੱਚ ਗੰਧਰਵ ਰਾਗੀ ਗਾਇਨ ਕਰਦੇ ਨੇ, ਠਾਠ ਜਿਹਾ ਬਣਿਆ ਰਹਿੰਦਾ ਹੈ, ਭਾਵ ਪ੍ਰਭਾਵ ਜਾਂ। ਇਹ ਉਦਾਹਰਨ ਦਿੱਤੀ ਹੈ ਜੀ, ਜਿਵੇਂ ਮਹਾਰਾਜ ਦੀ ਬਾਣੀ ਵਿੱਚੋਂ ਆਪਾਂ ਪੜ੍ਹਦੇ ਹਾਂ ਵੀ ਵਾਹਿਗੁਰੂ ਤੈਨੂੰ ਇੰਦਰ ਵੀ ਗਾ ਰਿਹਾ ਹੈ। ਗਾਵਨ ਤੁਧਨੋਂ ਪਵਨ ਪਾਣੀ ਵਿਸੰਤਰ, ਗਾਵੈ ਰਾਜਾ ਧਰਮ ਦੁਆਰੇ। ਗਾਵਨ ਤੁਧਨੋਂ ਇੰਦਰ ਇੰਦਰਾਸਣ ਬੈਠੇ, ਦੇਵਤਿਆਂ ਦਰਨਾਲੇ। ਉਹ ਇੱਕ ਉਦਾਹਰਨ ਹੈ, ਇਹ ਇੱਕ ਪੱਖ ਹੈ ਇਹਦਾ। ਉਦਾਹਰਨ ਦੇ ਕਹਿੰਦੇ ਮਹਾਰਾਜ ਕਹਿੰਦੇ ਇਹੋ ਜਿਹਾ ਮਾਹੌਲ ਬਣਿਆ ਹੋਇਆ ਹੈ ਕਿ ਚਾਰੇ ਪਾਸੇ ਆਨੰਦ ਹੀ ਆਨੰਦ ਵਰਸ ਰਿਹਾ ਹੈ। ਸਵਇਆ ਕਿਤ ਚਾਂਜ ਮਿਰਦੰਗ ਉਪੰਗ ਵਜੈ, ਕਿਤ ਦੋਏ ਕਰ ਤਾਲ ਰਬਾਬ ਵਜੈ। ਕਹਿੰਦੇ ਕਿਤੇ ਆਵਾਜ਼ ਆ ਰਹੀ ਹੈ ਛਣਕਾਟ ਦੀ, ਕਿਤੇ ਮਿਰਦੰਗ ਵੱਜ ਰਹੀ ਹੈ, ਤਬਲਾ ਵੱਜ ਰਿਹਾ ਕਿਤੇ। ਕਹਿੰਦੇ ਕਿਤੇ ਸਾਜ਼ ਵਜਾਏ ਜਾ ਰਹੇ ਨੇ, ਬਾਣੀ ਗਾਣ ਵਾਲੇ ਸਿੰਘ ਬਾਣੀ ਗਾ ਰਹੇ ਹਨ, ਕੀਰਤਨ ਕਰਨ ਵਾਲੇ ਸਿੰਘ ਕੀਰਤਨ ਕਰ ਰਹੇ ਹਨ। ਜਿਨ੍ਹਾਂ ਦੇ ਕੰਠ ਬਾਣੀ ਆ ਉਹ ਵੀ ਆਪਣੇ ਨਿਤਨੇਮ ਦੇ ਵਿੱਚ ਲੱਗੇ ਹੋਏ ਨੇ। ਕਹਿੰਦੇ ਕਿਤ ਦੋਏ ਕਰ ਤਾਲ ਰਬਾਬ ਵੱਜੈ। ਕਹਿੰਦੇ ਕਿਤੇ ਰਬਾਬ ਵੱਜਦੇ ਹਨ, ਕਿਤੇ ਦੋਵੇਂ ਕਰ ਹੱਥਾਂ ਨਾਲ ਤਬਲਾ ਬੜੇ ਸੋਹਣੇ ਢੰਗ ਨਾਲ ਵੱਜ ਰਿਹਾ ਹੈ। ਮਨ ਕਹਿੰਦੇ ਮੋਹ ਲੈਂਦਾ ਹੈ ਜਦੋਂ ਕੀਰਤਨ ਚੱਲ ਰਿਹਾ ਹੋਵੇ ਨਾ ਜੀ, ਤਬਲਾ ਵੱਜਦਾ ਹੋਵੇ, ਰਬਾਬ ਵੱਜਦੀ ਹੋਵੇ, ਕੀਰਤਨ ਹੋ ਰਿਹਾ ਹੋਵੇ। ਤੁਸੀਂ ਵੇਖੋ ਬੰਦੇ ਦਾ ਮਨ ਕਿੰਨਾ ਮੋਹਿਤ ਹੁੰਦਾ ਜਿਹੜਾ ਸੰਗਤ ਕਰਦਾ ਨਿਤ। ਗੁਰਬਾਣੀ ਦੀ ਕਥਾ ਵਿਚਾਰ ਚੱਲ ਰਹੀ ਹੋਵੇ, ਗੁਰਬਾਣੀ ਦੀ ਵਿਆਖਿਆ ਚੱਲ ਰਹੀ ਹੋਵੇ, ਇਤਿਹਾਸ ਦੀ ਵਿਚਾਰ ਚੱਲ ਰਹੀ ਹੋਵੇ, ਫਿਰ ਮਨ ਕਿੰਨਾ ਭਿੱਜ ਜਾਂਦਾ ਬਾਣੀ ਵਿੱਚ, ਗੁਰੂ ਸਾਹਿਬ ਦੇ ਭੈ ਵਿੱਚ, ਪਿਆਰ ਵਿੱਚ, ਭਾਵਨੀ ਵਿੱਚ। ਕਹਿੰਦੇ ਇਸ ਤਰ੍ਹਾਂ ਦਾ ਮਾਹੌਲ ਬਣਿਆ ਹੋਇਆ ਹੈ। ਕਹਿੰਦੇ ਕਿਤ ਦੋਏ ਕਰ ਤਾਲ ਰਬਾਬ ਵਜਾ, ਕੋਈ ਰਬਾਬ ਵਜਾ ਰਿਹਾ, ਕੋਈ ਤਬਲਾ ਵਜਾ ਰਿਹਾ, ਅਤੇ ਸਾਰੀਆਂ ਸੰਗਤਾਂ ਬਾਣੀ ਵਿੱਚ ਝੂਮ ਰਹੀਆਂ ਹਨ। ਜਲ ਬੀਨ ਸੋ ਬੀਨ ਪਰਵੀਨ ਸਜੈ, ਕਿਤ ਤਾਰ ਸਤਾਰ ਤੰਬੂਰ ਸਜੈ। ਕਹਿੰਦੇ ਜਲ ਬੀਨ ਭਾਵ ਜਲ ਤਰੰਗ ਆਦਿ ਕੋਈ ਬੀਨ ਵਜਾ ਰਹੇ ਹਨ। ਪ੍ਰਵੀਨ ਦਾ ਅਰਥ ਆ ਬੜੇ ਸਿਆਣੇ ਚਤੁਰ। ਕਿਤ ਤਾਰ ਸਤਾਰ ਤੰਬੂਰ ਵਜੈ। ਕਿਤੇ ਕਿਤੇ ਕੋਈ ਗੁਰਸਿੱਖ ਤੰਬੂਰਾ ਵਜਾ ਰਿਹਾ ਹੈ, ਕਿਤੇ ਕੋਈ ਸਤਾਰ ਤਾਰਾ ਵਜਾ ਰਿਹਾ। ਮੁਦਰ ਆਵਾਜ਼ ਵਿੱਚ ਮਿੱਠੀਆਂ ਮਿੱਠੀਆਂ ਆਵਾਜ਼ਾਂ ਆ ਰਹੀਆਂ ਹਨ। ਜਸ਼ ਕਿੰਨਰ ਨਾਰਦ ਹਾਹੇ ਹੂ ਹੂ, ਤੁਨ ਤੋਮਰ ਉਲੂਕ ਸੁਨ ਸਾਜ ਸਜੈ। ਕਹਿੰਦੇ ਜਿਵੇਂ ਨਾਰਦ ਜੀ ਗਾਉਂਦੇ ਨੇ, ਜਸ਼ ਕਿੰਨਰ ਭਾਵ ਨਿਰਤਕਾਰੀ ਕਰਨ ਵਾਲੇ, ਦੇਵਤਿਆਂ ਦੇ ਅਖਾੜਿਆਂ ਦੇ ਵਿੱਚ ਹਾਹਾਹੂ ਕਰਨ ਵਾਲੇ ਗੰਧਰਵ। ਉਹ ਤਾਂ ਇੱਕ ਵੱਖਰਾ ਪ੍ਰਸੰਗ, ਵੱਖਰੀ ਪ੍ਰਕਿਰਿਆ ਉਹਨਾਂ ਦੀ ਤਾਂ। ਪਰ ਇੱਥੇ ਮਹਾਰਾਜ ਕਹਿੰਦੇ ਉਹ ਸਾਰਾ ਆਨੰਦ ਦਸਵੇਂ ਪਾਤਸ਼ਾਹ ਦੀ ਹਜ਼ੂਰੀ ਵਿੱਚ ਵਰਤ ਰਿਹਾ। ਉਹ ਸਾਰਾ ਆਨੰਦ ਬਾਣੀ ਵਿੱਚੋਂ ਆਉਂਦਾ ਹੈ। ਉਹ ਸਾਰਾ ਟਿਕਾ ਧੁਨ ਤੋਮਰ ਉਲੂਕ ਸੁਨ ਸਾਜ ਸਜੈ। ਕਹਿੰਦੇ ਕਿੰਨੀਆਂ ਪਿਆਰੀਆਂ ਧੁਨਾਂ, ਕਿੰਨੀਆਂ ਪਿਆਰੀਆਂ ਆਵਾਜ਼ਾਂ, ਬਾਣੀ ਗਾਈ ਜਾ ਰਹੀ ਹੈ, ਬਾਣੀ ਪੜ੍ਹੀ ਜਾ ਰਹੀ ਹੈ। ਕਹਿੰਦੇ ਬੜਾ ਸੋਹਣਾ ਆਨੰਦ ਬਣ ਗਿਆ। ਇਮ ਠਾਠ ਠਟਿਓ ਸੋ ਹਜੂਰ ਗੁਰੂ, ਲੱਖ ਹੋਤ ਇੰਦਰਾਸਨ ਲਾਜ ਲਜੈ। ਕਹਿੰਦੇ ਇਸ ਤਰ੍ਹਾਂ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਜਿਹੜੇ ਸਿੰਘ ਕੀਰਤਨ ਕਰ ਰਹੇ ਨੇ, ਠਾਠ ਬੰਨ੍ਹ ਦਿੱਤਾ। ਭਾਈ ਸਾਹਿਬ ਕਹਿੰਦੇ ਨੇ ਇੱਕ ਇੰਦਰ ਦਾ ਇੰਦਰਾਸਣ ਹੈ, ਲੱਖਾਂ ਇੰਦਰਪੁਰੀਆਂ ਸਾਹਮਣੇ ਸ਼ਰਮਿੰਦਾ ਹੁੰਦੀਆਂ ਰਹਿੰਦੀਆਂ ਹਨ। ਐਸੇ ਤਰ੍ਹਾਂ ਕਹਿੰਦੇ ਜਦੋਂ ਸਿੰਘ ਬਾਣੀ ਗਾਇਨ ਕਰਦੇ ਹਨ, ਸਿੰਘ ਬਾਣੀ ਪੜ੍ਹਦੇ ਹਨ,
ਕਹਿੰਦੇ ਉਦੋਂ ਆਨੰਦ ਬਣਿਆ ਹੋਇਆ, ਟਿਕਾ ਬਣਿਆ ਹੋਇਆ। ਸਾਰੀਆਂ ਸੰਗਤਾਂ ਬਾਣੀ ਗਾ ਗਾ ਕੇ ਆਨੰਦ ਵਿੱਚ ਆ ਗਈਆਂ ਹਨ। ਚੌਪਈ ਕਈ ਸਤਿਗੁਰ ਕੈ ਆਚਰਨੀ ਪੜੈ, ਲੈ ਸਤਿਗੁਰ ਹੁਕਮ ਕਈ ਡੇਰੋ ਕਰੈ। ਕਹਿੰਦੇ ਕਈ ਅਨੇਕਾਂ ਜਿਹੜੇ ਉੱਥੋਂ ਦੇ ਨਾ ਲੋਕ ਨੇ, ਜਦੋਂ ਦੀਵਾਨ ਸਜਿਆ ਹੋਇਆ, ਮਹਾਰਾਜ ਗੁਰੂ ਗੋਬਿੰਦ ਸਿੰਘ ਮਹਾਰਾਜ ਪਲੰਗ ਤੇ ਸੁਭਾਏਮਾਨ ਨੇ, ਸੰਗਤਾਂ ਮਹਾਰਾਜ ਦੀ ਹਜ਼ੂਰੀ ਵਿੱਚ ਬੈਠੀਆਂ ਨੇ, ਮਹਾਰਾਜ ਨੇ ਦੀਵਾਨ ਲਗਾਇਆ ਹੋਇਆ। ਕਹਿੰਦੇ ਦੀਵਾਨ ਸੁਣਦੇ ਸੁਣਦੇ ਸਤਿਗੁਰੂ ਜੀ ਨੂੰ ਜਦੋਂ ਨਮਸਕਾਰ ਕਰਦੇ ਆ ਨਾ, ਲੈ ਸਤਿਗੁਰ ਹੁਕਮ ਕਈ ਡੇਰੋ ਡੇਰੋ ਕਰੇ। ਕਹਿੰਦੇ ਸਤਿਗੁਰੂ ਜੀ ਤੋਂ ਹੁਕਮ ਲੈ ਕੇ, ਆਗਿਆ ਲੈ ਕੇ, ਮਹਾਰਾਜ ਕਿਹੜੀ ਦਿਸ਼ਾ ਵੱਲ ਉਤਰੀਏ, ਕਿਹੜੀ ਥਾਂ ਵੱਲ ਉਤਰੀਏ। ਸਤਿਗੁਰੂ ਜੀ ਕਹਿੰਦੇ ਹਨ ਕਿ ਭਾਈ ਇਸ ਕੁੰਟ ਤੇ ਤੁਸੀਂ ਲਾਓ ਡੇਰਾ। ਸੋ 7-8 ਹਜ਼ਾਰ ਸਿੰਘਾਂ ਨੇ ਦੂਰ ਤਾਂ ਹੀ ਡੇਰਾ ਲਾਇਆ, ਕਿਉਂਕਿ 7-8 ਹਜ਼ਾਰ ਸਿੰਘਾਂ ਦਾ ਕਾਫਲਾ ਵੱਡਾ ਸੀ। ਜਿਹੜਾ ਮਹੰਤ ਦਾਦੂ ਦੇ ਆਪਾਂ ਡੇਰੇ ਬਾਰੇ ਗੱਲ ਕਰ ਰਹੇ ਹਾਂ, ਉਹ ਡੇਰੇ ਦੀ ਜਗ੍ਹਾ ਬੜੀ ਰਮਣੀਕ ਸੀ, ਸੋਹਣੀ ਸੀ। ਸੰਗਤਾਂ ਉਤਰ ਕੇ ਆਈਆਂ, ਭਾਵ ਸੰਗਤਾਂ ਮਹਾਰਾਜ ਤੋਂ ਆਗਿਆ ਲੈ ਕੇ, ਮਹਾਰਾਜ ਕਿਹੜੇ ਪਾਸੇ ਬੈਠੀਏ, ਕਿੱਧਰ ਨੂੰ ਜਾ ਕੇ ਬੈਠੀਏ। ਮਹਾਰਾਜ ਕਹਿੰਦੇ ਜਿੱਥੇ ਤੁਹਾਨੂੰ ਥਾਂ ਮਿਲਦੀ ਹੈ ਭਾਈ ਬੈਠੋ। ਕੋਈ ਕਿਹੜੀ ਦਿਸ਼ਾ ਵੱਲ ਬੈਠਿਆ, ਕੋਈ ਕਿਹੜੀ ਦਿਸ਼ਾ ਵੱਲ ਬੈਠਿਆ। ਕਹਿੰਦੇ ਬਾਣੀਏ ਬਾਣੀ ਗਾਈ ਜਾ ਰਹੀ ਹੈ, ਬਸ ਕੋਈ ਇੱਕ ਦੂਜੇ ਨਾਲ ਗੱਲਾਂ ਬਾਤਾਂ ਨਹੀਂ। ਆਪਾਂ ਤਾਂ ਕੀ, ਆਪਾਂ ਤਾਂ ਗੱਲਾਂ ਬਾਤਾਂ ਲੱਗ ਜਾਂਦੇ ਹਾਂ, ਆਪਣੀਆਂ ਗੱਲਾਂ ਨਹੀਂ ਖਤਮ ਹੁੰਦੀਆਂ ਜੀ। ਪਰ ਉਸ ਵਕਤ ਦੇ ਸਿੱਖਾਂ ਵਿੱਚ ਕਿੰਨਾ ਪਿਆਰ ਹੈ। ਉਹ ਕੇਵਲ ਜਦੋਂ ਗੁਰੂ ਬੈਠਿਆ ਸਾਹਮਣੇ, ਬਸ ਉਹ ਬਾਣੀ ਗਾਉਂਦੇ ਨੇ, ਉਹ ਤਾਂ ਬਸ ਗੁਰੂ ਦੀ ਸੁਣਦੇ ਨੇ ਵੀ ਮਹਾਰਾਜ ਕੀ ਕਹਿ ਰਹੇ ਹੈ, ਮਹਾਰਾਜ ਕੀ ਸੁਨੇਹਾ ਦੇ ਰਹੇ ਹੈ। ਉਹ ਸਾਰੇ ਬਾਣੀ ਦੇ ਵਿੱਚ ਜੁੜੇ ਹੋਏ ਹਨ। ਤੂਪ ਤੁਖਾਏ ਕਈ ਗਿਰਦੇ ਫਿਰਾਹੇ, ਜਿਵੇਂ ਤੁਰਵ ਗਿਰਦ ਤਾਰੇ ਕੁਮਾਹੇ। ਕਹਿੰਦੇ ਅਸੀਂ ਦੇਖਿਆ, ਹੁਣ ਤੁਸੀਂ ਦੇਖਿਆ ਸਾਰਾ ਉਹ ਮਾਹੌਲ। ਕਹਿੰਦੇ ਕੋਈ ਧੂਫਾਂ ਦਿਖਾ ਰਿਹਾ ਸਤਿਗੁਰੂ ਦੀ ਹਜ਼ੂਰੀ ਵਿੱਚ, ਕੋਈ ਲੰਗਰ ਵਰਤਾ ਰਿਹਾ ਹੈ, ਕੋਈ ਨਿਸ਼ਾਨ ਸਾਹਿਬ ਲੈ ਕੇ ਘੁੰਮ ਰਿਹਾ ਹੈ, ਕੋਈ ਨਗਾਰੇ ਵਜਾ ਰਿਹਾ ਹੈ, ਕੋਈ ਚੱਕਰ ਲੈ ਕੇ ਘੁੰਮ ਰਿਹਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਵਿਰਾਜਮਾਨ ਨੇ, ਦੀਵਾਨ ਸਜੇ ਹੋਏ ਨੇ, ਸਾਰੇ ਸਿੰਘ ਆਪੋ ਆਪਣੀ ਸੇਵਾ ਦੇ ਵਿੱਚ ਲੱਗੇ ਹੋਏ ਨੇ। ਜਿਵੇਂ ਧਰੁਵ ਗਿਰਦ ਤਾਰੇ ਘੁੰਮੈ, ਜਿਵੇਂ ਕਹਿੰਦੇ ਧਰੂ ਤਾਰਾ, ਜਿੰਨਾ ਆਕਾਸ਼ ਵਿੱਚ ਤਾਰਾ ਮੰਡਲ ਹੈ ਨਾ, ਇਹ ਸਭ ਧਰੂ ਦੀਆਂ ਪਰਿਕਰਮਾ ਕਰਦਾ ਨਾ, ਧਰੁਵ ਤਾਰਾ ਜਿਹੜਾ ਵੱਡਾ ਤਾਰਾ। ਕਹਿੰਦੇ ਇਸੇ ਤਰ੍ਹਾਂ ਗੁਰਸਿੱਖ ਨੇ ਨਾ, ਜਿਹੜੇ ਗੁਰੂ ਪਿਆਰ ਵਾਲੇ ਨੇ, ਇਸੇ ਤਰ੍ਹਾਂ ਸਾਰੀਆਂ ਸੰਗਤਾਂ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ, ਗੁਰੂ ਸਾਹਿਬ ਦੇ ਲਾਗੇ ਬੰਨੇ ਸਾਰੀਆਂ ਸੰਗਤਾਂ ਇਸ ਤਰ੍ਹਾਂ ਚੱਕਰ ਲਾ ਰਹੀਆਂ ਹਨ। ਕਉ ਚਰਨਨ ਛੋਹ ਮੁਦਾ ਪਰੈ, ਜਨ ਡੰਡੋਤ ਦੇਵ ਇੰਦਰੈ ਕਰੈ। ਕਹਿੰਦੇ ਕੋਈ ਪਿਆਰਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ, ਉਹਨਾਂ ਨੂੰ ਚਰਨਾਂ ਨੂੰ ਛੋਹ ਕੇ ਡੰਡੌਤ ਕਰਦਾ, ਨਮਸਕਾਰ ਕਰਦਾ, ਮੁੱਧਾ ਹੋ ਕੇ, ਭਾਵ ਗੁਰੂ ਸਾਹਿਬ ਦੇ ਸਾਹਮਣੇ ਡੰਡੇ ਦੀ ਤਰ੍ਹਾਂ ਸਿੱਧਾ ਹੋ ਕੇ ਪੜ੍ਹਦੇ ਹਾਂ ਜੀ। ਡੰਡੌਤ ਬੰਦਨ ਅਨਕ ਵਾਰ, ਸਰਬ ਕਲਾ ਸਮਰੱਥ, ਡੋਲਨ ਤੇ ਰਾਖੋ ਪ੍ਰਭੂ, ਨਾਨਕ ਦੇ ਘਰ ਹੱਥ। ਧਿਆਨ ਵਿੱਚ ਰੱਖਿਓ ਜੀ, ਜਦੋਂ ਗੁਰੂ ਨੂੰ ਡੰਡੌਤ ਕਰਨੀ ਹੋਵੇ ਨਾ, ਬਿਲਕੁਲ ਸਿੱਧੇ ਹੋ ਕੇ ਡੰਡੇ ਦੀ ਤਰ੍ਹਾਂ। ਮਹਾਰਾਜ ਨੂੰ ਜਿੰਨੇ ਵੀ ਸਿੱਖ ਡੰਡੌਤ ਕਰਦੇ ਆ, ਨਮਸਕਾਰ ਕਰਦੇ ਆ, ਬਿਲਕੁਲ ਸਿੱਧੇ ਹੋ ਕੇ। ਕੋਈ ਛਲ, ਕੋਈ ਕਪਟ, ਕੋਈ ਕੁਝ ਨਹੀਂ ਹੈ ਅੰਦਰ। ਡੰਡੌਤ ਦਾ ਅਰਥ ਇਹ ਹੁੰਦਾ ਜੀ, ਬਿਲਕੁਲ ਸਿੱਧੇ ਹੋ ਜਾਣਾ, ਸਿੱਧੇ ਹੋ ਕੇ ਮਹਾਰਾਜ ਨੂੰ ਡੰਡੌਤ ਕਰਨੀ। ਕਹਿੰਦੇ ਗੁਰੂ ਦੇ ਅਦਬ ਵਿੱਚ, ਗੁਰੂ ਦੇ ਪਿਆਰ ਵਿੱਚ ਭਿੱਜੀਆਂ ਸੰਗਤਾਂ ਨੇ ਨਾ ਜਿਹੜੀਆਂ, ਕੋਈ ਮੂਧਾ ਪੈ ਕੇ ਡੰਡੌਤ ਕਰਦਾ ਹੈ, ਕੋਈ ਮਹਾਰਾਜ ਦੀ ਸੰਗਤ ਕਰਕੇ ਨਿਹਾਲ ਹੋ ਜਾਂਦਾ ਹੈ। ਇਸੇ ਤਰ੍ਹਾਂ ਰਤਨ ਸਿੰਘ ਜੀ, ਉਹ ਸਾਰਾ ਦ੍ਰਿਸ਼ਟਾਂਤ, ਕੱਲੀ ਕੱਲੀ ਗੱਲ, ਉਹ ਕਦਮ, ਸਭ ਕੁਝ ਮਿਣ ਕੇ ਰੱਖ ਦਿੱਤਾ ਰਤਨ ਸਿੰਘ ਨੇ। ਕਹਿੰਦੇ ਇੰਨਾ ਸੁੰਦਰ ਮਾਹੌਲ ਬਣਿਆ। ਮਹੰਤ ਜਿਹੜਾ ਜੈਤ ਰਾਮ ਦਾ ਜਿਹੜਾ ਦੁਆਰਾ, ਦਾਦੂ ਦਾ ਦੁਆਰਾ, ਕਹਿੰਦੇ ਇਸ ਤਰ੍ਹਾਂ ਲੋਕ ਡੰਡੌਤ ਕਰਦੇ ਆ। ਕਹਿੰਦੇ ਜਿਵੇਂ ਇੰਦਰਪੁਰੀ ਦੇ ਰਾਜੇ ਇੰਦਰ ਨੂੰ ਡੰਡੌਤ ਕਰਦੇ ਨੇ ਨਾ, ਦੇਵਤੇ ਨਮਸਕਾਰਾਂ ਕਰਦੇ ਨੇ। ਕਹਿੰਦੇ ਸਾਡੇ ਲਈ ਸਭ ਕੁਝ ਗੁਰੂ ਗੋਬਿੰਦ ਸਿੰਘ ਮਹਾਰਾਜ ਹੈ। ਮਹਾਰਾਜ ਨੂੰ ਸੰਗਤਾਂ ਡੰਡੌਤ ਕਰ ਰਹੀਆਂ ਹਨ। ਤੰਬੂ ਚਾਨਣੀ ਕਈ ਫੜ ਖੜੈ, ਮੂਲ ਬਿਰਖ ਜਿਮ ਸੋ ਰਹਿ ਅੜੈ। ਕਹਿੰਦੇ ਕਈ ਪਿਆਰੇ ਤੰਬੂਆਂ ਨੂੰ ਤਾਣ ਕੇ ਖੜੇ ਨੇ। ਸਤਿਗੁਰੂ ਜੀ ਦੇ ਦੀਵਾਨ ਸਜੇ ਹੋਏ ਆ, ਸੁੰਦਰ ਚਾਨਣੀਆਂ ਸੁਭਾਏਮਾਨ ਨੇ। ਕਈ ਸਿੰਘ ਸ਼ਾਸਤਰ ਫੜ ਕੇ ਪਹਿਰੇ ਤੇ ਖੜੇ ਹਨ। ਵੇਖੋ ਜੀ, ਇਹ ਸੀ ਮਰਿਆਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦੀਵਾਨਾਂ ਦੀ। ਤਿਆਰ ਵਰ ਤਿਆਰ ਸਿੰਘ ਸੀ ਜੀ, ਉਹ ਸ਼ਾਸਤਰ ਵਸਤਰ ਪਹਿਨ ਕੇ ਰੱਖਦੇ ਸੀ, ਐਨ ਮਰਿਆਦਾ ਵਾਲੇ, ਪਰਪੱਕ। ਅੱਜ ਤਾਂ ਜੀ ਉਹ ਕੋਈ ਟਾਮਾ, ਕੋਈ ਵਿਰਲਾ ਸਿੱਖ ਬਚਿਆ ਹੋਣਾ।
ਅੱਜ ਤਾਂ ਅਸੀਂ ਸਾਰੀ ਮਰਿਆਦਾ ਹੀ ਭੁਲਾ ਕੇ ਬੈਠੇ ਹਾਂ। ਕਿੰਨਾ ਉਤਸ਼ਾਹ ਸੀ, ਕਿੰਨਾ ਪਿਆਰ ਸੀ। ਉਹ ਕੋਈ ਸ਼ਸਤਰ ਫੜ ਕੇ ਖੜਿਆ, ਕੋਈ ਜਿਹਦੀ ਡਿਊਟੀ ਮਹਾਰਾਜ ਨੇ ਜਿੱਥੇ ਲਾ ਦਿੱਤੀ ਨਾ, ਭਾਵੇਂ ਮੀਂਹ ਆਵੇ, ਹਨੇਰੀ ਆਵੇ, ਦਿਨ ਹੈ ਰਾਤ ਹੈ, ਬਸ ਉੱਥੇ ਖੜੇ ਰਹਿਣਾ। ਬਸ ਗੁਰੂ ਦਾ ਹੁਕਮ ਹੈ, ਗੁਰੂ ਦਾ ਹੁਕਮ ਹੈ। ਕਹਿੰਦੇ ਇਸ ਤਰ੍ਹਾਂ ਸਿੰਘਾਂ ਦੇ ਵਿੱਚ ਬੜਾ ਉਤਸ਼ਾਹ ਹੈ, ਸਿੰਘਾਂ ਦੇ ਵਿੱਚ ਬੜਾ ਪਿਆਰ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿ ਰਹੇ ਨੇ, ਕਹਿੰਦੇ ਤੰਬੂ ਚਾਨਣੀ ਕਈ ਫੜ ਖੜੈ, ਮੂਲ ਬਿਰਖ ਜਿਮ ਸੋ ਰਹਿ ਅੜੈ। ਕਹਿੰਦੇ ਗੁਰੂ ਸਾਹਿਬ ਜੀ ਕਹਿੰਦੇ ਤੰਬੂਆਂ ਚਾਨਣੀਆਂ ਚੰਦੋਏ ਲੱਗੇ ਹੋਏ ਹਨ, ਖੜੇ ਹਨ, ਜਿਵੇਂ ਥੰਮੀਆਂ ਗੱਡੀਆਂ ਹੋਈਆਂ ਹੁੰਦੀਆਂ ਨੇ, ਕਿਉਂਕਿ ਹਨੇਰੀਆਂ ਦੇ ਨਾਲ ਤੰਬੂ ਕਨਾਤ ਉੱਡਦੀਆਂ ਰਹਿੰਦੀਆਂ ਹਨ। ਸਿੰਘ ਇਸ ਤਰ੍ਹਾਂ ਖੜੇ ਨੇ, ਦਰਖਤ ਜਿਵੇਂ ਦਰਖਤ ਖੜ ਜਾਂਦਾ ਨਾ, ਐਨ ਹਿਲਦਾ ਨਹੀਂ। ਕਹਿੰਦੇ ਸਿੰਘ ਵੀ ਹਿਲਦੇ ਨਹੀਂ। ਮਹਾਰਾਜ ਦੀ ਐਡੀ ਕਿਰਪਾ, ਬਾਣੀ ਦਾ ਐਡਾ ਪ੍ਰਤਾਪ ਹੈ ਜੀ। ਕਹਿੰਦੇ ਸਿੰਘ ਉਸੇ ਤਰ੍ਹਾਂ, ਭਾਵੇਂ ਕੋਈ ਹਨੇਰੀ ਹੁੰਦੀ ਹੈ, ਮੀਂਹ ਹੁੰਦਾ, ਜਿੱਥੇ ਵੀ ਮਹਾਰਾਜ ਨੇ ਖਿਲਾਰ ਦਿੱਤਾ, ਸਿੰਘ ਉਸੇ ਤਰ੍ਹਾਂ ਖੜੇ ਹਨ। ਜਨਕ ਰਹਿ ਥੰਬਾ ਸੇ ਗਾੜ, ਬਾਲ ਧੂਪ ਮੈਂ ਜਾਹੇ ਨਾ ਛਾੜ। ਕਹਿੰਦੇ ਜਾਣੋ ਸਿੰਘ ਇਉਂ ਤੰਬੂ ਕਨਾਤਾਂ ਫੜ ਕੇ ਖੜੇ ਹਨ, ਜਿਵੇਂ ਖੰਭੇ ਗੱਡੇ ਨੇ। ਖੰਭੇ ਗੱਡੇ ਹੁੰਦੇ ਆ ਜੀ। ਕਹਿੰਦੇ ਛਾਬ ਧੂਪ ਮੈਂ ਜਾਹੇ ਨਾ ਛਾੜ, ਕਿੰਨੀ ਮਰਜ਼ੀ ਤੇਜ਼ ਹਵਾ ਚੱਲਦੀ ਹੈ, ਕਿੰਨੀ ਮਰਜ਼ੀ ਧੁੱਪ ਆਉਂਦੀ ਹੈ, ਮਹਾਰਾਜ ਦਾ ਹੁਕਮ ਹੈ, ਮਹਾਰਾਜ ਨੇ ਖਿਲਾਰ ਦਿੱਤਾ। ਹੁਕਮ ਮੰਨਣਾ ਬਹੁਤ ਔਖਾ ਹੁੰਦਾ ਜੀ, ਕਹਿਣੀ ਗੱਲ ਸੌਖੀ ਹੋ ਜਾਂਦੀ ਹੈ। ਹਰ ਕੋਈ ਕਹਿੰਦਾ ਹੈ, ਮਹਾਰਾਜ ਕਹਿੰਦੇ ਹੁਕਮ ਮੰਨਿਆ ਹੋਵੇ ਪ੍ਰਵਾਨ ਤਾਂ ਖਸਮੇ ਕਾ ਮਹਿਲ ਪਾਏ ਸੀ। ਵੈਸੇ ਪ੍ਰਵਾਨ ਕੌਣ ਚੜ੍ਹਦਾ? ਜਿਹੜਾ ਹੁਕਮ ਮੰਨਦਾ। ਅਸੀਂ ਤਾਂ ਅੱਜ 100 ਤਰ੍ਹਾਂ ਦੇ ਸਵਾਲ ਕਰਾਂਗੇ ਵੀ ਮਹਾਰਾਜ ਪਤਾ ਨਹੀਂ ਕੀ ਕਹਿੰਦੇ ਹੋਣੇ। ਜਦੋਂ ਮਹਾਰਾਜ ਨੇ ਹੁਕਮ ਕਰਤਾ, ਗੁਰੂ ਨਾਨਕ ਸਾਹਿਬ ਨੇ ਹੁਕਮ ਕਰਿਆ, ਭਾਈ ਲੈਣੇ ਕਟੋਰਾ ਗੰਦੇ ਨਾਲੇ 'ਚ ਡਿੱਗਿਆ, ਚੱਕ ਕੇ ਲੈ ਕੇ ਆ। ਸ਼੍ਰੀ ਚੰਦ ਨੂੰ ਕਹਿ ਦਿੱਤਾ, ਮਹਾਰਾਜ ਤੁਸੀਂ ਡਿੱਗਿਆ ਕਿਉਂ? ਲੈਣੇ ਨੂੰ ਕਿਹਾ, ਲੈਣਾ ਉਸੇ ਤਰ੍ਹਾਂ ਕੱਪੜੇ ਸਮੇਤ ਉਹ ਗੰਦੇ ਨਾਲੇ 'ਚ ਵੜ ਕੇ ਕਟੋਰਾ ਕੱਢ ਲਿਆਇਆ। ਗੱਲ ਤਾਂ ਹੁਕਮ ਮੰਨਣ ਦੀ ਹੈ ਜੀ। ਸਵਾਲ ਤਾਂ ਅਸੀਂ 1000 ਕਰ ਦਿੰਦੇ ਹਾਂ। ਮਹਾਰਾਜ ਕਹਿੰਦੇ ਇੰਨੇ ਹੁਕਮ ਦੇ ਪਾਬੰਦ ਨੇ ਸਿੱਖ, ਹੁਕਮ ਦੇ ਪੱਕੇ ਨੇ। ਜਿਵੇਂ ਹੁਕਮ ਕਰ ਦਿੱਤਾ, ਭਾਵੇਂ ਤੇਜ਼ ਹਵਾ ਚੱਲਦੀ ਹੈ, ਭਾਵੇਂ ਤੇਜ਼ ਧੁੱਪ ਹੈ, ਭਾਵੇਂ ਜਿੰਨਾ ਵੀ ਕਿਹੋ ਜਿਹਾ ਮੌਸਮ, ਹਨੇਰੀ ਹੈ, ਕਹਿੰਦੇ ਆਪਣੀ ਡਿਊਟੀ ਤੇ ਸਿੰਘ ਕਾਇਮ ਹਨ। ਚੌਪਈ ਤਹਾਂ ਸ਼ਹਿਰ ਮੈਂ ਪਰ ਗਈ ਤਾਕ, ਦੇਖਣ ਲੋਕ ਲੱਗ ਗਈ ਲਾਕ। ਕਹਿੰਦੇ ਸ਼ਹਿਰ ਦੇ ਵਿੱਚ ਜਦੋਂ ਮਹਾਰਾਜ ਇੱਥੇ ਪਧਾਰੇ ਜੀ, ਕਹਿੰਦੇ ਸ਼ਹਿਰ ਦੇ ਵਿੱਚ ਚਰਚਾ ਹੋ ਰਹੀ ਹੈ, ਖਬਰਾਂ ਫੈਲ ਰਹੀਆਂ ਹਨ। ਹੁਣ ਵੱਡੇ ਵੱਡੇ ਲੋਕ ਵੀ ਨਾ ਮਹਾਰਾਜ ਨੂੰ ਦਾਦੂ ਦੇ ਦੁਆਰੇ 'ਤੇ ਦੇਖਣ ਵਾਸਤੇ ਆਉਂਦੇ ਨੇ ਵੀ ਕੌਣ ਆਇਆ। ਪਹਿਲਾਂ ਵਾਲੇ ਸਾਧੂ ਨੂੰ ਤਾਂ ਰੋਜ਼ ਮਿਲਣ ਵਾਸਤੇ ਜਾਂਦੇ ਸੀ। ਕਹਿੰਦੇ ਅੱਜ ਕਿੱਡਾ ਕੁ ਸਾਧੂ ਆਇਆ, ਕਿੱਡਾ ਕੁ ਮਹੰਤ ਆਇਆ, ਕਿੱਡਾ ਕਰਨੀ ਦਾ ਮਾਲਕ ਆਇਆ। ਕਹਿੰਦੇ ਇਸੇ ਤਰ੍ਹਾਂ ਲੰਮੀਆਂ ਲੈਣਾ ਲੱਗੀਆਂ, ਦੇਖਣ ਲੋਕ ਲੱਗੇ, ਲੋਕ ਲੱਗ ਗਈ ਲਾਕ। ਕਹਿੰਦੇ ਲੋਕਾਂ ਦੀਆਂ ਸੰਗਤਾਂ ਦੀਆਂ ਲੈਣਾ ਲੱਗੀਆਂ ਹਨ। ਦਰਸ਼ਨ ਤੇ ਉਹਨਾਂ ਮਨ ਪਤੀ ਆਇਆ, ਲਈ ਚੜਾਵੇ ਸ਼ਹਿਰ ਚਲ ਆਇਆ। ਕਹਿੰਦੇ ਜਦੋਂ ਸਤਿਗੁਰੂ ਜੀ ਦਾ ਦਰਸ਼ਨ ਕੀਤਾ, ਮਨ ਵਿੱਚ ਠੰਡ ਪੈਦਾ ਹੋ ਗਈ। ਕਈ ਵਾਰ ਜੀ ਬੰਦਾ ਥੱਕਿਆ ਹੋਵੇ, ਟੁੱਟਿਆ ਹੋਵੇ, ਜਦੋਂ ਗੁਰੂ ਘਰ ਆ ਕੇ ਬਹਿੰਦਾ ਨਾ, ਠੰਡ ਜੀ ਪੈਦਾ ਹੋ ਜਾਂਦੀ ਹੈ ਅੰਦਰ। ਬੰਦਾ ਸ਼ਾਂਤ ਹੋ ਜਾਂਦਾ, ਟਿਕਾ ਆ ਜਾਂਦਾ। ਦਰਬਾਰ ਐਸਾ ਜੀ, ਤੁਸੀਂ ਸਾਰੇ ਰੋਜ਼ਾਨਾ ਗੁਰੂ ਤੇਗ ਬਹਾਦਰ ਮਹਾਰਾਜ ਦੇ ਦਰਬਾਰ ਵਿੱਚ ਪਹੁੰਚਦੇ ਹੋ। ਜਦੋਂ ਆਪਾਂ ਇੱਕ ਵਾਰ ਦਰਬਾਰ ਵਿੱਚ ਆ ਕੇ ਬਹਿਨੇ ਆ ਨਾ, ਤੁਸੀਂ ਆਟੋਮੈਟਿਕ ਵੇਖੋ, ਅਪਾਰ ਕਿਰਪਾ ਨਾ ਗੁਰੂ ਦੀ, ਤੁਹਾਡੇ ਮਨ ਵਿੱਚ ਠੰਡ ਜੀ ਪੈਦਾ, ਸਕੂਨ ਜਾਂ ਮਿਲੂ, ਟਿਕਾ ਜਾਂ ਮਿਲੂ। ਆਪਾਂ ਬਹਿਨੇ ਆ ਗੁਰੂ ਕੋਲ ਆ ਕੇ। ਕਹਿੰਦੇ ਇਸੇ ਤਰ੍ਹਾਂ ਦਰਸ਼ਨ ਤੇ ਉਨ ਮਨ ਪਤਿਆਰਾ। ਕਹਿੰਦੇ ਜਿਉਂ-ਜਿਉਂ ਗੁਰੂ ਦੇ ਦਰਸ਼ਨ ਕਰਦੇ ਹਨ, ਕਹਿੰਦੇ ਮਨ ਪਤੀਜ ਜਾਂਦਾ ਹੈ, ਮਨ ਟਿਕਾ ਵਿੱਚ ਆ ਜਾਂਦਾ ਹੈ। ਲਈ ਚੜਾਵੇ ਸ਼ਹਿਰ ਚਲ ਆਇਆ। ਕਹਿੰਦੇ ਚੜਾਵੇ ਲੈ ਕੇ ਗੁਰੂ ਮਹਾਰਾਜ ਦੇ ਲਈ ਭੇਟਾ ਲੈ ਕੇ। ਵੇਖੋ ਜੀ, ਵੱਡੀ ਗੱਲ ਸੀ। ਸਿੱਖ ਸੰਗਤਾਂ ਜਦੋਂ ਆਉਂਦੀਆਂ ਸੀ ਨਾ ਮਹਾਰਾਜ ਕੋਲ, ਉਹ ਆਪੋ ਆਪਣੀ ਭੇਟਾ ਲੈ ਕੇ ਆਉਂਦੀਆਂ ਸੀ। ਜਿੰਨੀ ਵੀ ਭੇਟਾ ਕਿਸੇ ਨੂੰ ਸਰਦੀ ਸੀ, ਮਹਾਰਾਜ ਨੇ ਕੋਈ ਕਿਸੇ ਨੂੰ ਇਹ ਤਾਂ ਕਹਿਣਾ ਨਹੀਂ ਵੀ ਇੰਨੇ ਨਹੀਂ ਲੈ ਕੇ ਆਇਆ। ਕੋਈ ਕੌਡੀ ਦੇਣ ਵਾਲਾ ਵੀ ਸੀ, ਕੋਈ ਹੀਰੇ ਦੇਣ ਵਾਲਾ ਵੀ ਸੀ। ਮਹਾਰਾਜ ਜੋ ਵੀ ਭੇਟਾ ਹੁੰਦੀ, ਹਰ ਇੱਕ ਦੀ ਭੇਟਾ ਪ੍ਰਵਾਨ ਕਰ ਲੈਂਦੇ ਸਨ। ਕਹਿੰਦੇ ਸਤਿਗੁਰੂ ਜੀ ਲਈ ਭੇਟਾਵਾਂ ਲੈ ਕੇ ਆਉਂਦੇ ਹਨ। ਦੋਹਰਾ ਬੜੋ ਅਚੰਬਾ ਤਹਿ ਲਖਾ, ਅਚੰਬਤ ਪਇਓ ਸੰਸਾਰ। ਆਏ ਦਰਸ਼ਨ ਸਤਿਗੁਰੂ, ਛੜ ਛੜ ਦਾਦੂ ਦੁਆਰ। ਕਹਿੰਦੇ ਅਚੰਬਾ ਐਸਾ ਵਾਪਰ ਗਿਆ ਇਸ ਧਰਤੀ ਦੇ ਇੱਥੇ ਥਾਂ ਦੇ ਉੱਤੇ,
ਕਹਿੰਦੇ ਸਤਿਗੁਰਾਂ ਜੀ ਨੂੰ ਵੇਖਣ ਵਾਸਤੇ ਲੋਕ ਹੈਰਾਨ ਨੇ। ਕਮਾਲ ਦੀ ਗੱਲ ਆ ਵੀ ਭੀੜ ਬਹੁਤ ਲੱਗ ਗਈ। ਸੰਤ ਪੁਰਸ਼ ਨਾਮ ਜਪਦੇ ਨੇ, ਦਿਨ ਰਾਤ ਆਵਾਜ਼ ਆਉਂਦੀ ਹੈ, ਬਾਣੀ ਗਾਈ ਜਾ ਰਹੀ ਹੈ। ਮਹਾਰਾਜ ਨਾਲ ਜਿਹੜੇ ਸਿੰਘ ਨੇ ਤਿਆਰ ਬਰ ਤਿਆਰ, ਕਿੰਨੇ ਸੋਹਣੇ ਸਿੰਘ ਨੇ, ਸਜੇ ਵਜੇ ਨੇ ਪੂਰੇ। ਕਹਿੰਦੇ ਆਏ ਦਰਸ਼ਨ ਸਤਿਗੁਰੂ, ਛੱਡ ਛੱਡ ਦਾਦੂ ਦਵਾਰ। ਕਹਿੰਦੇ ਦਾਦੂ ਦਾ ਦੁਆਰਾ ਹੀ ਖਾਲੀ ਹੋ ਗਿਆ। ਦਾਦੂ ਦਾ ਦੁਆਰਾ ਸੀ ਨਾ ਜਿਹੜਾ ਮਹੰਤ ਜੈਤ ਰਾਮ ਦਾ, ਕਹਿੰਦੇ ਦਾਦੂ ਦਾ ਦੁਆਰਾ ਖਾਲੀ ਹੋ ਗਿਆ। ਕਹਿੰਦੇ ਮਹਾਰਾਜ ਧੰਨ ਗੁਰੂ ਕਲਗੀਆਂ ਵਾਲੇ ਮਹਾਰਾਜ, ਤੇਰੇ ਦੀਦਾਰ ਕਰਕੇ ਨਾ ਅੰਦਰ ਠੰਡ ਜੀ ਪੈਦਾ ਹੋ ਜਾਂਦੀ ਹੈ। ਕਹਿੰਦੇ ਦਾਦੂ ਦੁਆਰੇ ਦੇ ਲੋਕ ਵੀ ਨਾ ਜਿਹੜੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦੀਦਾਰ ਕਰਨ ਵਾਸਤੇ ਇੰਨਾ ਉਤਾਵਲੇ ਨੇ ਨਾ, ਮਹਾਰਾਜ ਦੇ ਚਰਨਾਂ ਤੇ ਢਹਿ ਪਏ। ਚੌਪਈ ਦਾਦੂ ਦੁਆਰੇ ਖਬਰੋ ਪਈ, ਨਾਨਕ ਆਇਓ ਦਸਮੋ ਜਈ। ਕਹਿੰਦੇ ਦਾਦੂ ਦੇ ਦੁਆਰੇ ਵਿੱਚ ਫੇਰ ਥੋੜੇ ਟਾਈਮ ਬਾਅਦ ਖਬਰ ਮਿਲੀ, ਗੱਲਾਂ ਚੱਲੀਆਂ ਵੀ ਕੌਣ ਆ, ਇੰਨਾ ਪ੍ਰਤਾਪ ਭਜਨ ਬੰਦਗੀ ਦਾ, ਇੰਨਾ ਪ੍ਰਤਾਪ, ਏਡਾ ਵੱਡਾ ਪ੍ਰਤਾਪ। ਕਹਿੰਦੇ ਕੌਣ ਹੈ? ਫਿਰ ਕਹਿਣ ਲੱਗੇ ਦਾਦੂ ਦੁਆਰੇ ਖਬਰੋ ਪਈ, ਨਾਨਕ ਆਇਓ ਦਸਮੋ ਜਈ। ਕਹਿੰਦੇ 10ਵੇਂ ਜਾਮੇ ਵਿੱਚ 10ਵਾਂ ਨਾਨਕ ਆ ਗਿਆ। 10ਵੇਂ ਜਾਮੇ ਵਿੱਚ 10ਵਾਂ ਨਾਨਕ ਆ ਗਿਆ। ਗੁਰੂ ਨਾਨਕ ਦੀ ਗੱਦੀ ਦਾ ਵਾਰਸ 10ਵਾਂ ਗੁਰੂ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਦਾਦੂ ਦੇ ਦੁਆਰੇ ਤੇ ਆ ਗਏ ਹਨ। ਤਿਸ ਕੋ ਦਇ ਤਾਮ ਖੁਲਾਈ, ਮਹੰਤ ਆਇਓ ਸੰਗ ਚੇਲੇ ਲਾਈ। ਕਹਿੰਦੇ ਮਨ ਵਿੱਚ ਪ੍ਰਸੰਨਤਾ ਪੈਦਾ ਹੋ ਗਈ, ਮਨ ਵਿੱਚ ਯਕੀਨ ਆ ਗਿਆ। ਧਾਮ ਦੋ ਅਸਥਾਨ ਸੀ ਬਣਿਆ ਹੋਇਆ ਉੱਥੇ ਦਾਦੂ ਦਾ। ਕਹਿੰਦਾ ਜੋ ਅਸਥਾਨ ਬਣਿਆ ਹੋਇਆ ਸੀ ਨਾ ਉੱਥੇ, ਜਿੱਥੇ ਮਹਾਰਾਜ ਨੇ ਡੇਰਾ ਲਾਇਆ ਸੀ, ਕਹਿੰਦੇ ਉਹਦੇ ਬੂਹੇ ਜਿਹੜੇ ਕਪਾਟ ਲੱਗੇ ਹੋਏ ਸੀ, ਦਰਵਾਜ਼ੇ ਲੱਗੇ ਹੋਏ ਸੀ, ਉਹ ਡੇਰੇ ਦੇ ਦਰਵਾਜ਼ੇ ਖੋਲ ਦਿੱਤੇ। ਅੱਗੇ ਕਹਿੰਦੇ ਮਹੰਤ ਆਇਓ ਸੰਗ ਚੇਲੇ ਲਾਈ। ਕਹਿੰਦੇ ਇੱਥੋਂ ਦਾ ਮਹੰਤ ਜੈਤ ਰਾਮ ਆਪਣੇ ਚੇਲਿਆਂ ਸਮੇਤ ਸਤਿਗੁਰੂ ਸੱਚੇ ਪਾਤਸ਼ਾਹ ਦੇ ਦੀਦਾਰ ਕਰਨ ਵਾਸਤੇ ਆਉਂਦਾ ਹੈ। ਸਤਿਗੁਰ ਆਦਰ ਤਿਸਵੋ ਕੀਓ, ਸੰਤ ਸਾਧ ਮਿਰਜ਼ਾਦਾ ਥੀਓ। ਕਹਿੰਦੇ ਇਸ ਮਹੰਤ ਜੈਤ ਰਾਮ ਨੇ ਨਾ ਮਹਾਰਾਜ ਦਾ ਬਹੁਤ ਆਦਰ ਕੀਤਾ, ਸਤਿਗੁਰੂ ਸੱਚੇ ਪਾਤਸ਼ਾਹ ਦਾ ਬਹੁਤ ਆਦਰ ਕੀਤਾ। ਸੰਤ ਜਾਣ ਕੇ, ਸਾਧ ਜਾਣ ਕੇ ਫਰਜ਼ ਸਮਝਿਆ ਕਿ ਬਹੁਤ ਵੱਡੇ ਮਹਾਤਮਾ ਨੇ, 10ਵੀਂ ਜੋਤ ਦੇ ਵਾਰਸ ਨੇ, ਕਲਗੀ ਵਾਲੇ ਪਾਤਸ਼ਾਹ ਦਸ਼ਮੇਸ਼ ਗੁਰੂ। ਸਿੱਖਾਂ ਦਾ ਕਾਫਲਾ ਬਹੁਤ ਵੱਡੀ ਗਿਣਤੀ ਵਿੱਚ ਹੈ। ਇਹਨੇ ਆਪਣੇ ਚੇਲਿਆਂ ਨੂੰ ਕਿਹਾ, ਭਾਈ ਜਲ ਪਾਣੀ ਦੀ ਘਾਟ ਨਾ ਰਹਿਣ ਦਿਓ, ਲੰਗਰਾਂ ਦੀ ਘਾਟ ਨਾ ਰਹਿਣ ਦਿਓ, ਜੋ ਵੀ ਮਹਾਰਾਜ ਨੂੰ ਚਾਹੀਦਾ ਹਾਜ਼ਰ ਕਰ ਦਿਓ, ਇਹ ਸਾਡਾ ਫਰਜ਼ ਹੈ। ਏਡੇ ਵੱਡੇ ਸੰਤ, ਏਡੇ ਵੱਡੇ ਮਹਾਂਪੁਰਖ ਕਲਗੀਆਂ ਵਾਲੇ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਡੇ ਡੇਰੇ ਤੇ ਪਹੁੰਚੇ ਨੇ, ਸਾਡੇ ਕੋਲ ਪਹੁੰਚੇ ਨੇ, ਕੋਈ ਘਾਟ ਨਾ ਰਹਿਣ ਦਿਓ। ਕਲਗੀਆਂ ਵਾਲੇ ਮਹਾਰਾਜ ਨੇ ਸੰਤ ਸਾਧ ਮਿਰਜ਼ਾਦਾ ਥਿਓ। ਕਹਿੰਦੇ ਉਸੇ ਤਰ੍ਹਾਂ ਆ ਤੋਂ ਲੈ ਕੇ ਵੇਖ ਲਓ, ਸੰਤ ਸਾਧਾਂ ਦੀ ਮਰਿਆਦਾ ਹੈ, ਸੰਤ ਪੁਰਸ਼ਾਂ ਦੀ ਮਰਿਆਦਾ ਹੈ, ਡੇਰਿਆਂ ਦੀ ਮਰਿਆਦਾ ਹੈ। ਜੇ ਕੋਈ ਡੇਰਿਆਂ ਵਿੱਚ ਚਲਾ ਜਾਵੇ ਨਾ, ਉਹਦੀ ਸੇਵਾ ਕਰਨੀ ਚਾਹੀਦੀ ਹੈ। ਇਹ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਰ ਲਓ ਸੇਵਾ ਜਿੰਨੀ ਹੁੰਦੀ ਹੈ। ਗੁਰੂ ਕੀਆਂ ਸੰਗਤਾਂ ਦੀ, ਸਤਿਗੁਰੂ ਸੱਚੇ ਪਾਤਸ਼ਾਹ ਦੀ ਜਿੰਨੀ ਸੇਵਾ ਹੁੰਦੀ ਹੈ ਕਰ ਲਓ, ਉਨੀ ਥੋੜ੍ਹੀ ਹੈ। ਇਸ ਤਰ੍ਹਾਂ ਉਹ ਉੱਥੇ ਜਿਹੜੇ ਮਹੰਤ ਜੈਤ ਰਾਮ ਜੀ ਨੇ ਆਪਣੇ ਚੇਲਿਆਂ ਨੂੰ ਕਹਿ ਰਹੇ ਹਨ, ਦਰਸ਼ਨ ਪਰਸਨ ਪਏ ਪ੍ਰਸੰਨ, ਕਹਿਓ ਤੂੰ ਨਾਨਕ ਗੁਰੂ ਪਇਓ ਤੰਨ। ਕਹਿੰਦੇ ਉਹ ਮਹੰਤ ਜੈਤ ਰਾਮ ਨਾਲ ਇਸ ਤਰ੍ਹਾਂ ਹੱਥ ਜੋੜੇ ਉਹਨੇ, ਇਸ ਤਰ੍ਹਾਂ ਹੱਥ ਜੋੜੇ, ਕਹਿੰਦਾ ਸੱਚੇ ਪਾਤਸ਼ਾਹ ਮੈਂ ਤੇਰੇ ਦਰਸ਼ਨ ਕਰਕੇ ਧੰਨ ਹੋ ਗਿਆ, ਤ੍ਰਿਪਤੀ ਆ ਗਈ, ਅੰਦਰ ਠੰਡ ਜੀ ਪੈ ਗਈ। ਕਹਿੰਦੇ ਕਹਿਓ ਤੂੰ ਨਾਨਕ ਗੁਰੂ ਪਇਓ ਧੰਨ। ਮਹੰਤ ਜੈਤ ਰਾਮ ਕਹਿਣ ਲੱਗੇ, 10ਵੇਂ ਨਾਨਕ ਜੀ ਤੁਸੀਂ ਧੰਨ ਹੋ, ਧੰਨਤਾ ਦੇ ਯੋਗ ਹੋ। ਏਡਾ ਸਮਰੱਥ ਗੁਰੂ ਮੇਰੇ ਸਾਹਮਣੇ ਖੜਿਆ, ਜੀ ਕਰਦਾ ਚਰਨਾਂ ਨੂੰ ਚੁੰਮ ਲਵਾਂ। ਸਤਿਗੁਰ ਕਰਿਓ ਸੰਤ ਸਭ ਏਕ, ਨੀਰ ਸ਼ੀਰ ਮਿਲਤ ਜੈ ਵਿਵੇਕ। ਸਤਿਗੁਰੂ ਜੀ ਕਹਿਣ ਲੱਗੇ, ਮਹਾਤਮਾ ਜੀ ਸਭ ਸੰਤ ਇੱਕੋ ਹੀ ਹੁੰਦੇ ਹਨ, ਸਾਰੇ ਸੰਤਾਂ ਦੀ ਮੱਤ ਇੱਕ ਹੀ ਹੁੰਦੀ ਹੈ। ਕਹਿੰਦੇ ਸੰਤ ਸਤ ਬਚਨ ਬੋਲਦੇ ਹਨ, ਨੀਰ ਸ਼ੀਰ ਮਿਲ ਤਜੈ ਵਿਵੇਕ। ਨੀਰ ਦਾ ਅਰਥ ਹੁੰਦਾ ਪਾਣੀ ਜੀ, ਸ਼ੀਰ ਦਾ ਅਰਥ ਹੁੰਦਾ ਦੁੱਧ। ਦੁੱਧ ਦੇ ਵਿੱਚ ਪਾ ਦਈਏ, ਭਾਵ ਪਾਣੀ ਨੂੰ ਦੁੱਧ ਵਿੱਚ ਪਾ ਦਈਏ, ਭਾਵ ਉਹ ਸਭ ਕੁਝ ਛੱਡ ਦਿੰਦਾ ਨਾ, ਵਿਵੇਕ ਆ ਜਾਂਦੀ ਹੈ। ਇਸੇ ਤਰ੍ਹਾਂ ਕਹਿੰਦੇ ਨੀਰ ਸ਼ੀਰ ਜਲ ਤਜੇ ਵਿਵੇਕ।
ਜਿਵੇਂ ਦੁੱਧ ਵੱਖਰਾ ਕਰ ਲਿਆ ਜਾਂਦਾ, ਇਸੇ ਤਰ੍ਹਾਂ ਕਹਿੰਦੇ ਸੰਤਾਂ ਦੀ ਵਿਰਤੀ ਹੁੰਦੀ ਹੈ, ਉਹਨਾਂ ਦੀ ਵਿਰਤੀ ਸਭ ਲਈ ਬਰਾਬਰ ਹੁੰਦੀ ਹੈ। ਜੈਤ ਰਾਮ ਥੋ ਨਾਮ ਮਹੰਤ, ਪਲੋ ਪੁਰਸ਼ ਉਸ ਅਹੇ ਮਹੰਤ। ਕਹਿੰਦੇ ਉਹਦਾ ਨਾਮ ਜੈਤ ਰਾਮ ਸੀ, ਉਹ ਬੜਾ ਚੰਗਾ ਪੁਰਸ਼ ਸੀ, ਜਿਹੜਾ ਡੇਰੇ ਦਾ ਮਾਲਕ ਸੀ, ਬੜਾ ਭਲਾ ਪੁਰਸ਼ ਸੀ, ਸਾਧੂ ਬਿਰਤੀ ਦਾ ਸੀ। ਦੋਹਰਾ ਹਾਥ ਜੋੜ ਠਾਂਡੋ ਪਇਓ, ਤੋ ਉਨ ਕਹੀ ਅਰਦਾਸ, ਤਨ ਹਮਾਰੇ ਪਾਗ ਹੈ, ਤੁਮ ਆਏ ਹਮਰੇ ਪਾਸ। ਸਤਿਗੁਰਾਂ ਦੇ ਅੱਗੇ ਮਹੰਤ ਜੈਤ ਰਾਮ ਪੱਲਾ ਅੱਡ ਕੇ ਬੇਨਤੀ ਕਰਦਾ, ਹੱਥ ਜੋੜ ਕੇ ਕਹਿੰਦਾ ਹੈ, ਮਹਾਰਾਜ ਸਾਡੇ ਧੰਨ ਭਾਗ ਨੇ, ਸਾਡੀਆਂ ਅਰਦਾਸਾਂ ਪੂਰੀਆਂ ਹੋ ਗਈਆਂ, ਮਹਾਰਾਜ ਸਾਡੇ ਇਸ ਡੇਰੇ ਤੇ ਆ ਕੇ ਦਰਸ਼ਨ ਦਿੱਤੇ ਹਨ। ਚੌਪਈ ਹਮ ਤੇ ਭੋਜ ਸੋ ਇੱਕ ਡੰਗ ਲੀਜੈ, ਸਾਧ ਸੰਗਤ ਕੋ ਧਰਮ ਰਖ ਲੀਜੈ। ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਿਵਾਜ ਕਲਗੀਆਂ ਵਾਲੇ ਮਹਾਰਾਜ, ਬੇਨਤੀ ਹੈ ਇੱਕ ਡੰਗ ਦਾ ਭੋਜਨ ਸਾਡੇ ਕੋਲੋਂ ਵੀ ਪ੍ਰਾਪਤ ਕਰੋ, ਸਾਡੀ ਵੀ ਸੇਵਾ ਪ੍ਰਵਾਨ ਕਰੋ। ਮਹਾਰਾਜ ਕਹਿੰਦੇ ਸਾਧ ਸੰਗਤ ਕੋ ਧਰਮ ਰਖ ਲੀਜੈ, ਇਹ ਸਾਧ ਸੰਗਤ ਦਾ ਧਰਮ ਹੈ ਮਹਾਰਾਜ। ਸਾਡੇ ਚੇਲੇ ਨੇ ਨਾ ਜਿਹੜੇ ਸਾਰੇ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੋ ਜਾਣਗੇ। ਤੋ ਸਤਿਗੁਰ ਹਸ ਐਸ ਉਚਾਰਾ, ਤੁਮ ਤੇ ਭੋਜਨ ਹਮ ਸਰੈ ਨਾ ਸਾਰਾ। ਮਹਾਰਾਜ ਕਹਿਣ ਲੱਗੇ, ਮਹੰਤ ਜੀ ਸੰਗਤ ਬਹੁਤ ਵੱਡੀ ਹੈ, 7-8 ਹਜ਼ਾਰ ਦਾ ਕਾਫਲਾ ਹੈ, ਸਾਡੇ ਨਾਲ ਬਾਜ ਹਾਥੀ ਘੋੜੇ, ਹੋ ਸਕਦਾ ਤੇਰੇ ਕੋਲੋਂ ਸਾਰਾ ਪ੍ਰਬੰਧ ਨਾ ਹੋਵੇ। ਮਹਾਰਾਜ ਕਹਿਣ ਲੱਗੇ, ਮਹਾਰਾਜ ਇਸ ਤਰ੍ਹਾਂ ਵਚਨ ਵਿਲਾਸ ਕਰਦੇ ਨੇ, ਮਹੰਤ ਜੀ ਤੇਰੇ ਕੋਲੋਂ ਸਾਰਾ ਪ੍ਰਬੰਧ ਨਹੀਂ ਹੋਣਾ। ਹਮ ਸੰਗ ਹੈ ਬਹੁ ਮਾਸ ਆਹਾਰੀ, ਉਨਕੀ ਖੁਦਿਆ ਮਿਟੈ ਕਿਮ ਸਾਰੀ। ਕਹਿੰਦੇ ਮਹਾਰਾਜ ਕਹਿਣ ਲੱਗੇ, ਭਾਈ ਸਾਡੇ ਨਾਲ ਬਾਜ ਵੀ ਹੈ, ਸਾਡੇ ਨਾਲ ਹਾਥੀ ਘੋੜੇ ਨੇ, ਬਾਜ ਦਾ ਭੋਜਨ ਤਾਂ ਮਾਸ ਖਾਣਾ ਹੀ ਹੈ ਜੀ। ਇਤਿਆਦਿਕ ਮਹਾਰਾਜ ਕਹਿਣ ਲੱਗੇ, ਉਨਕੀ ਖੁਦਿਆ, ਹੋ ਸਕਦਾ ਤੇਰੇ ਕੋਲੋਂ ਸਾਰਿਆਂ ਦੀ ਤ੍ਰਿਪਤੀ ਨਾ ਹੋਵੇ। ਉਨਾ ਮੁਖ ਤੇ ਤਵ ਐਸ ਉਚਾਰੀ, ਦਾਦੂ ਸਤ ਹਮ ਖਵਾਈ ਜੁਵਾਰੀ। ਜੈਤ ਰਾਮ ਜੀ ਅੱਗੋਂ ਮੁੱਖ ਤੋਂ ਇਸ ਤਰ੍ਹਾਂ ਕਹਿੰਦੇ ਹਨ, ਸੱਚੇ ਪਾਤਸ਼ਾਹ ਜੀ ਮਹਾਰਾਜ ਦਾਦੂ ਜੀ ਸਤ ਪੁਰਸ਼ ਹੋਏ ਹਨ। ਮਹਾਰਾਜ ਨੇ ਦੇਖੋ ਉਹਦੀ ਸੇਵਾ ਪ੍ਰਵਾਨ ਕਰ ਲਈ ਜੀ, ਮਹੰਤ ਜੈਤ ਰਾਮ ਦੀ। ਕਹਿੰਦੇ ਦਾਦੂ ਦੇ ਦੁਆਰੇ ਦੇ ਮਹੰਤ ਬੜੇ ਸਤਿਪੁਰਸ਼ ਨੇ, ਚੰਗੇ ਪੁਰਸ਼ ਨੇ, ਜਿਨ੍ਹਾਂ ਨੇ ਸੇਵਾ ਦੇ ਵਿੱਚ ਸਾਰਾ ਕੁਝ ਹੀ ਅਰਪਣ ਕਰ ਦਿੱਤਾ, ਆਪਣੇ ਚੇਲਿਆਂ ਨੂੰ ਆਪਣਾ ਆਪ ਅਰਪਣ ਕਰ ਦਿੱਤਾ। ਮਹਾਰਾਜ ਕਹਿਣ ਲੱਗੇ, ਮਹੰਤ ਜੀ ਤੁਹਾਡੀ ਸੇਵਾ ਪ੍ਰਵਾਨ ਹੈ, ਤੁਹਾਡਾ ਜਿੰਨਾ ਵੀ ਕਾਰਜ ਕੀਤਾ ਉਹ ਪ੍ਰਵਾਨ ਹੈ। ਇੱਥੋਂ ਤੱਕ ਆਪਾਂ ਜਿਹੜਾ ਪ੍ਰਸੰਗ ਵਿਚਾਰਿਆ ਜੀ, ਮਹੰਤ ਦਾਦੂ ਦੇ ਦੁਆਰੇ ਵਾਲਾ, ਕਿਵੇਂ ਮਹੰਤ ਦੀ ਸੇਵਾ ਦੇ ਵਿੱਚ ਲੱਗਦੇ ਆ। ਕੱਲ੍ਹ ਦੇ ਦੀਵਾਨਾਂ ਵਿੱਚ ਆਪਾਂ ਜਿਹੜਾ ਪ੍ਰਸੰਗ ਪੜ੍ਹਾਂਗੇ ਜੀ, ਮਹੰਤ ਜੈਤ ਰਾਮ ਬੰਦੇ ਦਾ ਪਹਿਲਾ ਹਾਲ ਦੱਸਿਆ, ਦਾਦੂ ਦੁਆਰ ਤੋਂ ਦੂਜਾ ਪ੍ਰਸੰਗ ਲਿਖਿਅਤ, ਅਗਲਾ ਪ੍ਰਸੰਗ ਦੀ ਵਿਚਾਰ ਕਰਨੀ ਹੈ। ਗੁਰੂ ਸਾਹਿਬ ਜੀ ਕਿਰਪਾ ਕਰਨ। ਇੰਨੀਆਂ ਬੇਨਤੀਆਂ ਪ੍ਰਵਾਨ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।